हाँ जी, ਨੈਕਸਟ ਟੌਪਿਕ ਜਿਹੜਾ ਆਪਣੇ ਕੋਲ ਆ ਨਾ, ਟੌਪਿਕ ਬੇਟਾ ਹੁਣ ਪਹਿਲਾਂ ਦੋ ਕੀਤੇ ਸੀ ਆਪਾਂ। ਇੱਕ ਸੀਗਾ ਪ੍ਰੋਜੈਕਟਾਈਲ ਗਿਵਨ ਹੌਰੀਜ਼ੌਂਟਲ ਪ੍ਰੋਜੈਕਸ਼ਨ, ਇੱਕ ਸੀਗਾ ਪ੍ਰੋਜੈਕਟਾਈਲ ਗਿਵਨ ਐਂਗੂਲਰ ਪ੍ਰੋਜੈਕਸ਼ਨ। ਉਸ ਤੋਂ ਬਾਅਦ ਨੈਕਸਟ ਟੌਪਿਕ ਜਿਹੜਾ ਤੁਹਾਡਾ ਹੈਗਾ ਵਾ, ਠੀਕ ਹੈ ਜੀ, ਇੱਕ ਜਨਰਲ ਟੌਪਿਕ ਤੁਹਾਡੇ ਬੁੱਕ ਦੇ ਵਿੱਚ ਇਹਨਾਂ ਟੌਪਿਕਸ ਤੋਂ ਬਾਅਦ ਦਿੱਤਾ ਹੋਇਆ, ਜਨਰਲ ਮੋਸ਼ਨ ਇਨ ਅ ਪਲੇਨ। ਇੱਕ ਟੌਪਿਕ, ਠੀਕ ਹੈ, ਉਹ ਆਪਣੇ ਐਸ ਸੱਚ ਡਾਇਰੈਕਟ ਕਿਤੇ ਕਵਰ ਨਹੀਂ ਹੋਣਾ। ਆਪਾਂ ਜਦੋਂ ਚੈਪਟਰ ਸ਼ੁਰੂ ਕੀਤਾ ਸੀ ਬੇਟਾ, ਤੇ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਇਕੁਏਸ਼ਨ ਆਫ ਮੋਸ਼ਨ ਨੂੰ ਐਕਸ ਐਕਸਿਸ ਵਾਈ ਐਕਸਿਸ ਦੇ ਅਲੋਂਗ ਲਿਖਣ ਦਾ ਮੈਥਡ ਦੱਸਿਆ ਸੀ। ਉਹ ਪੂਰੇ ਦਾ ਪੂਰਾ ਜਿਹੜਾ ਟੌਪਿਕ ਹੈ ਨਾ, ਉਹ ਇਸੇ ਥਾਂ ਦੇ ਉੱਤੇ ਦਿੱਤਾ ਹੋਇਆ, ਜਨਰਲ ਮੋਸ਼ਨ ਇਨ ਅ ਪਲੇਨ ਵਾਲੇ ਦੇ ਵਿੱਚ। ਇਹਦੇ ਵਿੱਚੋਂ ਜਨਰਲ ਮੈਥਡ ਆ ਸਿਰਫ ਕਿ ਇਕੁਏਸ਼ਨਸ ਆਪਾਂ v = u + at, s = ut + half a d square, ਯਾਨੀ ਇਕੁਏਸ਼ਨ ਆਫ ਮੋਸ਼ਨ ਨੂੰ ਆਪਾਂ ਡਿਫਰੈਂਟ ਐਕਸਿਸ ਤੇ ਕਿੱਦਾਂ ਅਪਲਾਈ ਕਰਦੇ, ਠੀਕ ਹੈ ਜੀ। ਤੇ ਉਸ ਤੋਂ ਅੱਗੇ ਜਿਹੜਾ ਹੁਣ ਸ਼ੁਰੂ ਕਰਨ ਲੱਗਿਆ, ਇਹ ਤੋਂ ਸ਼ੁਰੂ ਆ ਤੁਹਾਡਾ ਟੌਪਿਕ ਸਰਕੂਲਰ ਮੋਸ਼ਨ। ਹੁਣ ਪੁੱਤ ਸਟ੍ਰੇਟ ਲਾਈਨ ਮੋਸ਼ਨ ਦਾ ਟੌਪਿਕ ਨਹੀਂ ਹੈਗਾ, ਬਾਡੀ ਤੁਹਾਡੀ ਇੱਕ ਪਲੇਨ ਚ ਮੂਵ ਕਰੇਗੀ, ਠੀਕ ਹੈ, ਬਟ ਅਲੋਂਗ ਅ ਸਰਕੂਲਰ ਪਾਥ। ਤੇ ਸਰਕੂਲਰ ਪਾਥ ਤੇ ਬਾਡੀ ਦੀ ਮੋਸ਼ਨ ਨਾਲ ਰਿਲੇਟਡ ਕਿਹੜੀਆਂ-ਕਿਹੜੀਆਂ ਟਰਮਸ ਨੇ, ਠੀਕ ਹੈ, ਉਤੋਂ ਗੱਲ ਸ਼ੁਰੂ ਕਰ ਰਹੇ ਹਾਂ। ਤੇ ਆਪਣੇ ਕੋਲ ਟੌਪਿਕ ਜਿਹੜਾ ਵਾ ਉਹਦਾ ਨਾਮ ਆ ਜਾਏਗਾ यूनिफॉर्म सर्कुलर मोशन। यूनिफॉर्म सर्कुलर मोशन, ठीक है जी। थोड़ा एक सेकंड रुकिए, चलो। यूनिफॉर्म सर्कुलर मोशन के अंदर जे पहला वर्ड एक लेके चलिए, वो कहता जी व्हेन अ बॉडी इज मूविंग ऑन अ सर्कुलर पाथ, व्हेन अ बॉडी इज मूविंग ऑन अ सर्कुलर पाथ विद कांस्टेंट स्पीड, whether the motion is accelerated or non accelerated, की कहांगे ਆਪਾਂ? accelerated motion बॉडी जे एक मेरे को पार्टिकल सर्कुलर पाथ ते मूव करदा पिया, मान लो तुसी किसी एक चौंक दे विच तुसी साइकिल दे उत्ते चक्कर लगा रहे हो, ठीक है, तुसी एक सर्कुलर करवेचर दे उत्ते मूव करदे पए हो, ठीक है। ते जदों तुसी एक कंप्लीट करवेचर यानी तुसी करवेचर दे उत्ते मूव कीता ते तुहानू और उदों तुहाडी स्पीड जेहड़ी ओ कांस्टेंट है बेटा। ते whether when a body is moving with a constant speed on a circular path, then कहना जी motion is accelerated or non accelerated? accelerated Why the motion is accelerated? direction change होती रहती है डायरेक्शन दे चेंज होने करके ਅਸੀਂ ਕਹਿੰਦੇ ਜੀ ਸਪੀਡ ਨਹੀਂ ਵੀ ਚੇਂਜ ਹੋਈ। ਐਕਸਲਰੇਸ਼ਨ ਦੇ ਵਰਡ ਨੂੰ ਜੇ ਆਪਾਂ ਲੈ ਕੇ ਚੱਲੀਏ ਤੇ ਵੀ ਨੋ ਦੈਟ ਐਕਸਲਰੇਸ਼ਨ ਅਸੀਂ ਡਿਫਾਈਨ ਕਰਦੇ ਕਿਸ ਚੀਜ਼ ਨੂੰ? ਐਕਸਲਰੇਸ਼ਨ ਆਉਂਦੀ ਆਪਣੇ ਕੋਲ ਚੇਂਜ ਇਨ ਵੈਲੋਸਿਟੀ, ਜਿਹਨੂੰ ਡੈਲਟਾ ਵੀ ਨਾਲ ਲਿਖਦਾ ਪਿਆ, ਓਵਰ ਟਾਈਮ ਇੰਟਰਵਲ। ਡੈਲਟਾ ਵੀ ਮੇਰਾ ਚੇਂਜ ਇਨ ਵੈਲੋਸਿਟੀ ਤੇ ਡੈਲਟਾ ਟੀ ਮੇਰਾ ਟਾਈਮ ਇੰਟਰਵਲ ਨੂੰ ਸ਼ੋ ਆਫ ਕਰਦਾ ਪਿਆ। ਉਹ ਕਹਿੰਦਾ ਬੱਚੇ ਐਕਸਲਰੇਸ਼ਨ ਬਾਡੀ ਚ ਉਦੋਂ ਆਣੀ ਜਦੋਂ ਵੈਲੋਸਿਟੀ ਦੀ ਚੇਂਜ ਆਏਗੀ। ਤੇ ਪੁੱਤ ਅਸੀਂ ਅੱਗੇ ਵੀ ਗੱਲ ਦੱਸੀ ਸੀ, ਵੈਲੋਸਿਟੀ ਇਜ਼ ਅ ਕੰਬੀਨੇਸ਼ਨ ਆਫ ਟੂ ਵਰਡਸ, ਇਟਸ ਅ ਕੰਬੀਨੇਸ਼ਨ ਆਫ ਸਪੀਡ ਐਂਡ ਡਾਇਰੈਕਸ਼ਨ। ਤੇ ਜੇ ਕੋਈ ਆਬਜੈਕਟ ਸਰਕੂਲਰ ਪਾਥ ਤੇ ਮੂਵ ਕਰਦਾ ਪਿਆ ਔਰ ਕੰਟੀਨਿਊਸਲੀ ਸਰਕੂਲਰ ਪਾਥ ਤੇ ਉਹਦੀ ਸਪੀਡ ਸੇਮ ਆ, but we know one property at every instant direction of velocity is along the tangent। ਜੇ ਪਾਰਟੀਕਲ a ਪੁਆਇੰਟ ਤੇ ਹੋਏਗਾ, ਇੱਥੇ ਉਹਦੀ ਵੈਲੋਸਿਟੀ v1 ਆ, ਇੱਥੇ ਉਹਦੀ ਵੈਲੋਸਿਟੀ v2 ਆ, ਇੱਥੇ ਉਹਦੀ ਵੈਲੋਸਿਟੀ v3 ਆ। ਤੇ ਇਹਨਾਂ ਸਾਰੇ ਕੇਸਿਸ ਦੇ ਅੰਦਰ v1 v2 v3 ਉਹਦੇ ਵਿੱਚ ਵੈਲੋਸਿਟੀ ਦਾ ਮੈਗਨੀਟਿਊਡ ਸੇਮ ਹੋਏਗਾ, ਬਟ ਡਾਇਰੈਕਸ਼ਨ ਕੰਟੀਨਿਊਸਲੀ ਚੇਂਜ ਹੋਏਗੀ। ਤੇ ਡਿਊ ਟੂ ਚੇਂਜ ਇਨ ਡਾਇਰੈਕਸ਼ਨ ਵੀ ਸੈਡ देयर इज अ चेंज इन वेलोसिटी। और जे वेलोसिटी चेंज है तो मोशन एक्सेलरेटेड होएगी। yes sir ठीक है। ਤੇ ਇਸੇ ਨਾਲ ਰਿਲੇਟਡ ਆਪਣੇ ਕੋਲ ਕੁਝ ਇੱਕ ਹੋਰ ਟਰਮਸ ਆਣੀਆਂ, ਉਹਦੀ ਗੱਲ ਪਹਿਲਾਂ ਕਰਾਂਗਾ, ਫਿਰ ਵਾਪਸ ਇਸੇ ਥਾਂ ਤੇ ਆਵਾਂਗੇ ਆਪਾਂ। ਉਹਦੇ ਵਿੱਚ ਆਪਣੇ ਕੋਲ ਕੁਝ ਵਰਡ ਆ ਰਹੇ ਆ। ਨੰਬਰ 1 ਉੱਤੇ ਆਪਣੇ ਕੋਲ ਟਰਮ ਆ ਜਾਏਗੀ ਐਂਗੂਲਰ डिस्प्लेसमेंट। एंगुलर डिस्प्लेसमेंट डिफाइन करोगे ना जी, किन्हों कहिए? फिर एंगुलर वेलोसिटी, और थर्ड वर्ड अपने को आ जाएगा एंगुलर एक्सेलरेशन। यदि हजे लोड नहीं इसलिए नो हजे छड़ रहे हैं। एंगुलर डिस्प्लेसमेंट ਆਪਾਂ ਬੁੱਤ ਅੱਗੇ ਵੀ ਸਮਝਾਈ ਸੀ ਚੀਜ਼, ਫਿਰ ਰਿਪੀਟ ਕਰ ਰਹੇ ਹਾਂ। ਜਦੋਂ ਕੋਈ ਆਬਜੈਕਟ ਦੀ ਮੋਸ਼ਨ ਸਟੱਡੀ ਕਰਦੇ ਤਾਂ ਆਪਾਂ ਕਹਿੰਦੇ ਜੀ ਦੋ ਟਾਈਪ ਦੀ ਮੋਸ਼ਨ ਆ, ਆਈਦਰ ਦ ਬਾਡੀ ਵਿਲ ਹੈਵ ਅ ਲੀਨੀਅਰ ਮੋਸ਼ਨ ਔਰ ਦ ਬਾਡੀ ਵਿਲ ਹੈਵ ਅ ਸਰਕੂਲਰ ਮੋਸ਼ਨ।
when the body is moving on a straight line path यानी ਉਹਦੀ ਲੀਨੀਅਰ ਮੋਸ਼ਨ ਆ ਤੇ ਅਸੀਂ ਸਿੰਪਲ ਵਰਡ ਲੀਨੀਅਰ ਡਿਸਪਲੇਸਮੈਂਟ, ਲੀਨੀਅਰ ਵੈਲੋਸਿਟੀ, ਲੀਨੀਅਰ ਐਕਸਲਰੇਸ਼ਨ ਅਸੀਂ ਇਹ ਵਰਡ ਯੂਜ਼ ਕਰਦੇ ਹਾਂ। ਬਟ ਇਫ ਅ ਬੋਡੀ ਇਜ਼ ਮੂਵਿੰਗ ਔਨ ਅ ਸਰਕੂਲਰ ਪਾਥ ਤੇ ਦੈਨ ਵੀ ਯੂਜ਼ ਦਾ ਵਰਡ ਕਹਿੰਦਾ ਜੀ ਐਂਗੂਲਰ ਡਿਸਪਲੇਸਮੈਂਟ, ਐਂਗੂਲਰ ਵੈਲੋਸਿਟੀ ਐਂਡ ਐਂਗੂਲਰ ਐਕਸਲਰੇਸ਼ਨ। ਹੁਣ ਇਹ ਤਿੰਨ ਵਰਡ ਆਪਾਂ ਸਭ ਤੋਂ ਪਹਿਲਾਂ ਤਿੰਨ ਟਰਮ ਇੰਟਰੋਡਿਊਸ ਕਰਾਂਗੇ। when a body is moving on a circular path, when a body is moving on a circular path, then let the particle will shift from point A to B। थोड़ा कोई पार्टिकल A पोजीशन तो B पोजीशन पे शिफ्ट कर जाए, ठीक है। ते एंगल ट्रेस बाय द पार्टिकल, एंगल कवर्ड बाय द पार्टिकल एट द सेंटर ऑफ सर्कल when the body is moving on a curvature, ठीक है जी, then that the angle covered is called as the angular displacement। यानी जे इस इंस्टेंट ते पार्टिकल दी इथे मैं डिस्प्लेसमेंट दिखानी जदों पार्टिकल लीनियर पाथ कवर करदा पिया। सर्कल नु बेटा जे मैं डिफाइन करा ते सर्कल इज नथिंग बट इट इज अ कॉम्बिनेशन ऑफ अ लार्ज नंबर ऑफ स्ट्रेट लाइन पाथ। यानी जे ਆਪਾਂ सर्कुलर पाथ लईए तो ਅਸੀਂ ਆ कहते ने पुੱਤ कि ਜਿਹੜਾ सर्कल होएगा that is to be made up of a large number of ਕਹਿੰਦਾ ਜੀ स्ट्रेट लाइन पाथ। ਇਹਨਾਂ ਦੇ ਕਾਫੀ ਸਾਰੇ ਸਟ੍ਰੇਟ ਲਾਈਨ ਪਾਥ ਨੂੰ ਜੋੜ ਕੇ ਸਰਕੂਲਰ ਪਾਥ ਅਸੀਂ ਬਣਾਉਂਦੇ ਨੇ। ਤੇ ਕਿਸੇ ਵੀ ਇੱਕ ਸਟ੍ਰੇਟ ਲਾਈਨ ਸਮਾਲ ਸੈਗਮੈਂਟ ਦੀ ਗੱਲ ਕਰਾਂ, ਯਾਨੀ ਆ ਸਮਾਲ ਸੈਗਮੈਂਟ ਲਵਾਂ ਵਿਚ ਇਜ਼ ਟੇਕਨ ਟੂ ਬੀ ਅ ਸਟ੍ਰੇਟ ਲਾਈਨ, ਤੇ ਬੱਚੇ ਇਹਦੇ ਅਕ੍ਰੋਸ ਪਾਰਟੀਕਲ ਦੀ ਜਿਹੜੀ ਵੈਲੋਸਿਟੀ ਹੋਏਗੀ ਇਸ ਸਮਾਲ ਸੈਗਮੈਂਟ ਚ ਹੈ ਨਾ, ਉਹ ਲੀਨੀਅਰ ਵੈਲੋਸਿਟੀ ਆ। ਤੇ ਜਦੋਂ ਔਨ ਦਾ ਹੋਲ ਪੂਰੀ ਬਾਡੀ ਦੀ ਕੰਬਾਈਨਡ ਮੋਸ਼ਨ ਸਰਕਲ ਤੇ ਗਿਣਦੇ ਆ ਤਾਂ ਅਸੀਂ ਉਹਦੀ ਮੋਸ਼ਨ ਜਿਹੜੀ ਆ ਉਹ ਚ ਅਸੀਂ ਐਂਗੂਲਰ ਵਰਡ ਐਡ ਕਰ ਦਿੰਦੇ ਤਾਂ ਅਸੀਂ ਕਹਿੰਦੇ ਜੀ ਐਂਗੂਲਰ ਡਿਸਪਲੇਸਮੈਂਟ ਆਏਗੀ, ਐਂਗੂਲਰ ਵੈਲੋਸਿਟੀ ਆਏਗੀ ਤੇ ਐਂਗੂਲਰ ਐਕਸਲਰੇਸ਼ਨ ਆਏਗੀ। क्या ਇੰਨੀ ਗੱਲ ਸਮਝ ਲੱਗ ਰਹੀ ਪਹਿਲਾਂ? Yes, sir. Yes, sir. तो पहला वर्ड एंगुलर डिस्प्लेसमेंट कहा ते एंगुलर डिस्प्लेसमेंट कहांगे एंगल ट्रेस बाय द पार्टिकल, एंगल ट्रेस बाय अ पार्टिकल while moving on a, ठीक है। एक डेफिनेशन समझ लियो मुड़ के, बाकी इससे तो बन जानियां। while moving on a सर्कुलर पाथ, ठीक है। ਜਦੋਂ ਬੋਡੀ ਮੇਰੀ ਕਿਸੇ ਸਰਕੂਲਰ ਪਾਥ ਤੇ ਮੂਵ ਕਰਦੀ ਵੀ ਤੇ ਵਾਟਸ ਦਾ ਐਂਗਲ ਕਵਰਡ ਬਾय ਦਾ ਪਾਰਟੀਕਲ, ਠੀਕ ਹੈ, ਐਟ ਦਾ ਸੈਂਟਰ ਆਫ ਸਰਕਲ। ਉਸ ਐਂਗਲ ਕਵਰਡ ਨੂੰ ਅਸੀਂ ਐਸ ਸੱਚ ਜਿਹੜਾ ਐਂਗੂਲਰ ਡਿਸਪਲੇਸਮੈਂਟ ਦਾ ਨਾਮ ਦਿੰਦੇ ਹਾਂ ਬੇਟਾ। ਸੋ ਪੁੱਤ ਐਂਗੂਲਰ ਡਿਸਪਲੇਸਮੈਂਟ ਜਿਹੜੀ ਹੋਏਗੀ ਕੋਈ ਵੀ ਸਰਕੂਲਰ ਪਾਥ ਤੇ ਦੋ ਪੁਆਇੰਟ ਲੈ ਕੇ ਉਹਦੇ ਅਕ੍ਰੋਸ ਜਿੰਨਾ ਸੈਂਟਰ ਤੇ ਐਂਗਲ ਸਬਟੈਂਡ ਹੋਏਗਾ ਉਸ ਐਂਗਲ ਸਬਟੈਂਡਡ ਨੂੰ ਐਂਗੂਲਰ ਡਿਸਪਲੇਸਮੈਂਟ ਕਹਿੰਦੇ ਹਾਂ ਅਸੀਂ। ਇੰਨੀ ਗੱਲ ਸਭ ਤੋਂ ਪਹਿਲਾਂ ਸਮਝ ਲੱਗੀ? Yes, sir. Yes, sir. Yes, sir. ਐਂਗਲ ਨੂੰ ਡਿਫਾਈਨ ਕਰੀਏ ਤੇ ਐਂਗਲ ਆਪਾਂ ਡਿਫਾਈਨ ਕਰੀਏ ਅਸੀਂ ਕਹਿੰਦੇ ਜੀ ਆ ਆਰਕ AB ਨੇ ਐਂਗਲ ਬਣਾਇਆ, ਆਰਕ ਦੀ ਲੈਂਥ L ਹੋਗੀ, ਠੀਕ ਹੈ। ਜਿਹੜੇ ਸਰਕਲ ਦੇ ਰੇਡੀਅਸ ਨੇ, ਜਿਹੜੇ ਸਰਕਲ ਦੇ ਰੇਡੀਅਸ ਇਹਨੂੰ R ਵੈਕਟਰ ਕਹਿਦਾ, ਠੀਕ ਹੈ। ਇਹਦੀ ਲੈਂਥ R ਕੰਸੀਡਰ ਕਰ ਲਵਾਂ ਤੇ ਫਿਰ ਆਪਣੇ ਕੋਲ ਇੱਥੇ ਕੰਡੀਸ਼ਨ ਆ ਜਾਏਗੀ ਹੇਅਰ ਥੀਟਾ ਇਕੁਅਲ ਟੂ ਆਪਾਂ ਇੱਥੇ ਜੇ ਡਿਫਾਈਨ ਕਰ ਦਈਏ ਆਰਕ AB, ठीक है जी, ओवर रेडियस, यानी इतो लिखो तो थीटा दी वैल्यू अपने को L बाय R आ जाएगी। क्या आप फॉर्मूला क्लियर है? Yes, Yes, sir. sir. ਹੁਣ ਐਂਗੂਲਰ ਡਿਸਪਲੇਸਮੈਂਟ ਹੈ ਨਾ, ਜੇ ਤੁਹਾਨੂੰ ਸਿੰਪਲ ਡਿਸਪਲੇਸਮੈਂਟ ਦਾ ਕਨਸੈਪਟ ਯਾਦ ਹੋਵੇ ਤਾਂ ਡਿਸਪਲੇਸਮੈਂਟ ਸਕੇਲਰ ਔਰ ਵੈਕਟਰ। So vector. Similarly, angular displacement is also taken to be a vector quantity, ठीक है। ਅਸੀਂ ਕਹਿੰਦੇ ਕਿ ਵੀ ਜੇ ਸਮਾਲ ਐਂਗਲ ਤੇ ਬੇਟਾ ਇਹ ਕੰਡੀਸ਼ਨ ਆਉਦੀ, ਠੀਕ ਹੈ, ਜੇ ਅਸੀਂ ਸਮਾਲ ਐਂਗੂਲਰ ਡਿਸਪਲੇਸਮੈਂਟ ਲਈਏ ਯਾਨੀ ਸਮਾਲ ਐਂਗਲ ਕਵਰਡ ਲਵਾਂ ਤਾਂ ਅਸੀਂ ਕਹਿੰਦੇ ਸਮਾਲ ਐਂਗਲ ਵਾਸਤੇ ਵੈਕਟਰ ਅਲਜੈਬਰਾ ਐਪਲੀਕੇਬਲ ਆ। ਆਪਾਂ ਇੱਕ ਪ੍ਰੋਪਰਟੀ ਪੜ੍ਹੀ ਸੀ ਵੈਕਟਰ ਦੀ ਪਿੱਛੇ, ਠੀਕ ਹੈ, ਉਹਨੂੰ ਨਾਮ ਦਿੱਤਾ ਸੀ ਕਮੂਟੇਟਿਵ ਪ੍ਰੋਪਰਟੀ। ਵੈਕਟਰ ਦੀ ਕਮੂਟੇਟਿਵ ਪ੍ਰੋਪਰਟੀ ਆਪਾਂ ਇਦਾਂ ਦੱਸੀ ਸੀਗੀ ਕਿ ਵੀ ਜੇ ਮੈਂ ਐਸ ਸੱਚ A ਵੈਕਟਰ ਪਲੱਸ B ਵੈਕਟਰ ਲਵਾਂ ਜਾਂ ਮੈਂ B ਵੈਕਟਰ ਪਲੱਸ A ਵੈਕਟਰ ਲਵਾਂ, ठीक है, ਇਸੇ ਵੇਲੇ ਆਪਾਂ ਕਿਹਾ ਸੀ A ਵੈਕਟਰ ਡਾਟ B ਵੈਕਟਰ ਲਵਾਂ ਜਾਂ B ਵੈਕਟਰ ਡਾਟ A ਵੈਕਟਰ ਲਵਾਂ, ਇਸ ਪ੍ਰੋਪਰਟੀ ਨੂੰ ਅਸੀਂ ਨਾਮ ਦਿੰਦੇ ਕਮੂਟੇਟਿਵ ਆ। ਕਿ ਵੀ ਆਰਡਰ ਆਫ ਐਡੀਸ਼ਨ ਜਿਹੜਾ ਵਾ ਉਹ ਮੈਟਰ ਨਹੀਂ ਕਰਦਾ, ਠੀਕ ਹੈ ਜੀ। A ਵੈਕਟਰ ਚ B ਵੈਕਟਰ ਐਡ ਕਰਕੇ ਫਿਰ ਰਿਜ਼ਲਟੈਂਟ ਕੱਢਾਂ ਜਾਂ ਮੈਂ B ਵੈਕਟਰ ਚ A ਵੈਕਟਰ ਐਡ ਕਰਕੇ ਰਿਜ਼ਲਟੈਂਟ ਕੱਢਾਂ, ਦੋਨੋਂ ਵਾਰੀ ਰਿਜ਼ਲਟ ਮੇਰਾ ਸੇਮ। in the similar way small angle ਵਾਸਤੇ ਅਸੀਂ ਕਹਿੰਦੇ ਜੀ ਵੈਕਟਰ ਜਿਹੜੀ ਐਂਗੂਲਰ ਡਿਸਪਲੇਸਮੈਂਟ ਆ ਇਹ ਕਮੂਟੇਟਿਵ ਲਾਅ ਨੂੰ ਓਬੇ ਕਰਦੀ ਹੈ। ਇਸ ਕਰਕੇ ਫॉर small angle
ਅਸੀਂ ਕਹਿੰਦੇ ਐਂਗੂਲਰ ਡਿਸਪਲੇਸਮੈਂਟ ਆਲਵੇਜ਼ ਟੇਕਨ ਟੂ ਬੀ ਅ ਵੈਕਟਰ ਕੁਆਂਟੀਟੀ। ਜੇ ਐਂਗੂਲਰ ਡਿਸਪਲੇਸਮੈਂਟ ਮੇਰੀ ਵੈਕਟਰ ਕੁਆਂਟੀਟੀ ਆ ਤੇ ਕਹਿੰਦਾ ਜੀ ਫਿਰ ਇਸ ਵੈਕਟਰ ਦੀ ਡਾਇਰੈਕਸ਼ਨ ਕਿੱਦਾਂ ਨੂੰ ਹੋਏਗੀ, ਤੇ ਉੱਤੇ ਐਂਗੂਲਰ ਡਿਸਪਲੇਸਮੈਂਟ ਵੈਕਟਰ ਦੀ ਡਾਇਰੈਕਸ਼ਨ ਜੇ ਦੱਸਣੀ ਹੋਵੇ ਤੇ ਕਹਿੰਦਾ ਵੀ ਆਰ ਆਲਵੇਜ਼ ਯੂਜ਼ਿੰਗ ਦਾ, ਉਹਨੂੰ ਅਸੀਂ ਨਾਮ ਦੇ ਦਿੰਦੇ ਕਿ ਵੀ ਰਾਈਟ ਹੈਂਡ ਥੰਬ ਰੂਲ ਲੈ ਲਓ। ਰਾਈਟ ਹੈਂਡ ਥੰਬ ਰੂਲ ਦੇ ਅਕੋਰਡਿੰਗਲੀ ਅਸੀਂ ਦੱਸਾਂਗੇ ਕਿ ਸੈਂਸ ਆਫ ਰੋਟੇਸ਼ਨ ਜਿਹੜੀ ਹੋਏਗੀ, ਸੈਂਸ ਆਫ ਰੋਟੇਸ਼ਨ ਦਾ ਮਤਲਬ ਆ when the particle move from A to B ਤੇ whether it will move in anti clockwise manner or in clockwise, ਉਹਦੇ ਅਕੋਰਡਿੰਗਲੀ ਐਂਗੂਲਰ ਡਿਸਪਲੇਸਮੈਂਟ ਵੈਕਟਰ ਇੱਕ ਡਾਇਰੈਕਸ਼ਨ ਧਿਆਨ ਨਾਲ ਸਮਝ ਲਿਓ, ਇਹ ਮਤਲਬ ਉਹਦੇ ਅਕੋਰਡਿੰਗਲੀ ਇੱਥੇ ਸੈਂਟਰ ਤੇ ਜਿਹੜਾ ਵੈਕਟਰ ਐਂਗੂਲਰ ਡਿਸਪਲੇਸਮੈਂਟ ਆਏਗਾ ਉਹਦੀ ਡਾਇਰੈਕਸ਼ਨ ਕੀ ਆਏਗੀ, ਤੇ ਉਹਦੇ ਲਈ ਅਸੀਂ ਡਿਫਾਈਨ ਕਰਦੇ ਉਹਨੂੰ ਨਾਮ ਦਿੰਦੇ ਰਾਈਟ ਹੈਂਡ ਥੰਬ ਰੂਲ। ਇਸ ਰੂਲ ਦੇ ਅਕੋਰਡਿੰਗ ਅਸੀਂ ਡਿਫਾਈਨ ਕਰਦੇ ਕਿ when the rotation this when the sense of rotation is in anti clockwise, ਯਾਨੀ ਜੇ ਮੈਂ ਵੈਕਟਰ ਦੀ ਰੋਟੇਸ਼ਨ ਲਵਾਂ ਔਰ ਉਹ ਵੈਕਟਰ ਦੀ ਰੋਟੇਸ਼ਨ ਮੇਰੇ ਕੋਲ ਜਿਹੜੀ ਆ ਉਹ ਐਂਟੀ ਕਲੌਕਵਾਈਜ਼ ਲੈਂਦਾ ਹੋਵਾਂ, ਤੇ ਉਹ ਕਹਿੰਦਾ ਪੁੱਤ ਜਦੋਂ ਐਂਟੀ ਕਲੌਕਵਾਈਜ਼ ਵੈਕਟਰ ਰੋਟੇਟ ਕਰੇਗਾ ਤੇ ਜਿਹੜਾ ਮੇਰਾ ਥੰਬ ਹੋਏਗਾ that is the direction for angular displacement vector। ਇੱਥੇ ਇੱਕ ਸਰਕਲ ਤੇ ਬਾਡੀ ਘੁੰਮਦੀ ਪਈ ਆ, ਠੀਕ ਹੈ ਜੀ, ਇੱਥੇ ਆ ਸਰਕੂਲਰ ਪਾਥ ਤੇ ਬਾਡੀ ਮੂਵ ਕਰੇਗੀ। when the body move on a circular path and it makes, ਕਹਿੰਦਾ ਜੀ it will have some angular displacement at that instant, ਕਿ ਜਿਹੜਾ angular displacement vector ਹੋਏਗਾ ਉਹ ਇਸ ਪਲੇਨ ਦੇ ਪਰਪੈਂਡੀਕੂਲਰ, ਯਾਨੀ ਜੇ ਆ ਪਲੇਨ ਹੋਵੇ ਜਿਹਦੇ ਵਿੱਚ ਆ ਪਲੇਨ ਦੇ ਵਿੱਚ ਮੇਰੀ ਬਾਡੀ ਪਈ ਆ ਮੋਬਾਈਲ ਮੈਂ ਆਪਣੇ ਨੂੰ ਇੱਕ ਪਲੇਨ ਮੰਨ ਰਿਹਾ, ਠੀਕ ਹੈ, ਔਰ ਇਸ ਪਲੇਨ 'ਚ ਆ ਮੇਰੇ ਕੋਲ ਸਰਕੂਲਰ ਪਾਥ ਤੇ ਕੋਈ ਬਾਡੀ ਪਈ ਆ, ਤੇ ਜਿਹੜਾ ਐਂਗੂਲਰ ਡਿਸਪਲੇਸਮੈਂਟ ਵੈਕਟਰ ਹੋਏਗਾ ਉਹ ਇਸ ਪਲੇਨ ਦੇ ਪਰਪੈਂਡੀਕੂਲਰ ਹੋਏਗਾ, ਉਹ ਇਸ ਪਲੇਨ ਦੇ ਪਰਪੈਂਡੀਕੂਲਰ, ਤੇ ਪਰਪੈਂਡੀਕੂਲਰ ਨਾ ਆਊਟਵਰਡ ਕਹਿਣਾ ਜਾਂ ਪਰਪੈਂਡੀਕੂਲਰ ਨਾ ਇਨਵਰਡ ਕਹਿਣਾ, ਉਹ ਡਿਪੈਂਡ ਇਸ ਚੀਜ਼ ਤੇ ਕਰੇਗਾ ਕਿ ਜਿਹੜੀ ਸੈਂਸ ਆਫ ਰੋਟੇਸ਼ਨ ਆ ਉਹ ਐਂਟੀ ਕਲੌਕਵਾਈਜ਼ ਆ ਕਿ ਸੈਂਸ ਆਫ ਰੋਟੇਸ਼ਨ ਜਿਹੜੀ ਉਹ ਮੇਰੀ ਕਲੌਕਵਾਈਜ਼ ਆ। ਕੀ ਗੱਲ ਸਮਝ ਲੱਗਦੀ ਪਈ? Yes, sir. Yes, sir. ਇਟ ਮੀਨਸ ਕਹਿੰਦਾ ਜੀ ਜਦੋਂ ਮੇਰੇ ਕੋਲ ਕੋਈ ਵੈਕਟਰ ਦੀ ਆਪਾਂ ਰੋਟੇਸ਼ਨ ਜਿਹੜੀ ਆ ਉਹ ਸਰਕੂਲਰ ਪਾਥ ਤੇ ਐਂਟੀ ਕਲੌਕਵਾਈਜ਼ ਲਵਾਂਗੇ ਤੇ ਇਸ ਪਲੇਨ ਦੇ ਆ ਜਿਹੜਾ ਸਰਕੂਲਰ ਪਾਥ ਆ ਜਿਸ ਚ ਪਲੇਨ ਚ ਸਰਕਲ ਲਾਈ ਕਰਦਾ ਆ ਥੰਬ ਉਸ ਪਲੇਨ ਦੇ ਪਰਪੈਂਡੀਕੂਲਰ ਦੇ ਨਾਲ ਨਾਲ ਆਊਟਵਰਡ ਹੋਏਗਾ, ਠੀਕ ਹੈ ਜੀ, ਜੇ ਸੈਂਸ ਆਫ ਰੋਟੇਸ਼ਨ ਐਂਟੀ ਕਲੌਕਵਾਈਜ਼ ਆ, ਤੇ ਜੇ ਸੈਂਸ ਆਫ ਰੋਟੇਸ਼ਨ ਉਹਦੀ ਕਲੌਕਵਾਈਜ਼ ਹੋ ਗਈ ਤੇ ਫਿਰ ਉਦੋਂ ਐਂਗੂਲਰ ਡਿਸਪਲੇਸਮੈਂਟ ਵੈਕਟਰ ਜਿਹੜਾ ਵਾ ਉਹ ਇਸ ਪਲੇਨ ਦੇ ਪਰਪੈਂਡੀਕੂਲਰ ਬਟ ਇਨਵਰਡ ਡਾਇਰੈਕਸ਼ਨ 'ਚ ਹੋਏਗਾ। ਇਹਦਾ ਮਤਲਬ ਐਂਗੂਲਰ ਡਿਸਪਲੇਸਮੈਂਟ ਵੈਕਟਰ ਦੀ ਡਾਇਰੈਕਸ਼ਨ ਜਿਹੜੀ ਆ ਹਨਾ ਉਹ ਪਰਪੈਂਡੀਕੂਲਰ ਟੂ ਦਾ ਪਲੇਨ ਹੋਏਗੀ, ਉਹ ਪਰਪੈਂਡੀਕੂਲਰ ਦਾ ਪਲੇਨ ਹੋਏਗੀ ਤੇ ਪਰਪੈਂਡੀਕੂਲਰ ਟੂ ਦਾ ਪਲੇਨ ਦੇ ਨਾਲ ਇਨਵਰਡ ਆ ਕਿ ਆਊਟਵਰਡ ਆ, ਉਹ ਡਿਪੈਂਡ ਕਰੇਗਾ ਕਿ ਸੈਂਸ ਆਫ ਰੋਟੇਸ਼ਨ ਜਿਹੜੀ ਹੈਗੀ ਹੈ ਸਰਕੂਲਰ ਪਾਥ ਤੇ ਉਹ ਕਲੌਕਵਾਈਜ਼ ਆ ਕਿ ਐਂਟੀ ਕਲੌਕਵਾਈਜ਼ ਆ। क्या इन्नी गल पहले समझ लगी? Yes, sir. Yes, sir. Yes, sir. Yes, sir. समझ आया? Thank you, sir. Yes, sir. चलो ਹੁਣ ਸੈਕਿੰਡ ਟਰਮ ਉਹਨੇ ਇਸੇ ਤੋਂ ਆਪਾਂ ਇਹਦਾ ਯੂਨਿਟ ਵੀ ਡਿਫਾਈਨ ਕਰ ਦਈਏ ਬੇਟਾ ਕਿ ਜੇ ਯੂਨਿਟ ਲੈ ਕੇ ਚੱਲੀਏ ਤੇ ਐਂਗਲ ਨੂੰ ਅਸੀਂ ਮੇਜਰ ਕਰਦੇ ਹਾਂ, ਠੀਕ ਹੈ, ਆਲਵੇਜ਼ ਐਂਗਲ ਮੇਜਰਡ ਇਨ ਰੇਡੀਅਨ। ਇਹਦਾ ਮਤਲਬ ਜਿਹੜਾ ਐਂਗੂਲਰ ਡਿਸਪਲੇਸਮੈਂਟ ਵੈਕਟਰ ਹੋਏਗਾ, ਜੇ ਮੈਂ ਐਂਗੂਲਰ ਡਿਸਪਲੇਸਮੈਂਟ ਦਾ ਯੂਨਿਟ ਬੋਲਾਂ ਤੇ ਐਂਗੂਲਰ ਡਿਸਪਲੇਸਮੈਂਟ ਨੂੰ ਹਮੇਸ਼ਾ ਆਪਾਂ ਰੇਡੀਅਨ ਚ ਡਿਫਾਈਨ ਕਰਾਂਗੇ। ਜਿਹਦਾ ਸਿੰਪਲ ਡਿਸਪਲੇਸਮੈਂਟ ਮੀਟਰ ਚ ਆਂਦੀ ਆ, ਐਂਗੂਲਰ ਡਿਸਪਲੇਸਮੈਂਟ ਹਮੇਸ਼ਾ ਤੁਹਾਡੀ ਰੇਡੀਅਨ ਚ ਡਿਫਾਈਨਡ ਹੋਏਗੀ। ਕਲੀਅਰ ਇੰਨੀ ਗੱਲ? Yes, sir. Yes, sir. Yes, sir. ਚਲ ਸੈਕਿੰਡ ਟਰਮ ਹੈਗੀ ਆਪਣੇ ਕੋਲ ਐਂਗੂਲਰ ਵੈਲੋਸਿਟੀ। ਐਂਗੂਲਰ ਵੈਲੋਸਿਟੀ ਦਾ ਸਿੰਬਲ ਜਿਹੜਾ ਵਾ ਇਹ ਅਸੀਂ ਓਮੇਗਾ ਲਿਖਦੇ ਆ ਬੇਟਾ। W ਨੂੰ ਥੋੜਾ ਬੈਂਡ ਦੇ ਕੇ ਚੱਲੂਗੇ ਤੇ ਇਹਨੂੰ ਓਮੇਗਾ ਰੀਡ ਆਊਟ ਕਰਦੇ। ਸਿੰਪਲ ਵੈਲੋਸਿਟੀ ਦੀ ਕੀ ਡੈਫੀਨੇਸ਼ਨ ਆ? Distance by. ਕੋਈ ਨਿਆਣਿਓ, Displacement per unit time. ਡਿਸਪਲੇਸਮੈਂਟ ਪਰ ਯੂਨਿਟ ਟਾਈਮ ਹੈ ਨਾ, ਇਹਨੂੰ ਕਿੱਦਾਂ ਬੋਲਣਾ ਤਾਂ ਦੂਜੇ ਪਾਸੇ ਕਹਿ ਦਿੰਦੇ ਇਟ ਇਜ਼ ਦਾ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ। ਇਦਾਂ ਹੀ ਐਂਗੂਲਰ ਵੈਲੋਸਿਟੀ ਡਿਫਾਈਨ ਕਰਾਂ ਤੇ ਐਂਗੂਲਰ ਵੈਲੋਸਿਟੀ ਕਹਿੰਦਾ ਜੀ ਕੀ ਹੋਈ, ਤਾਂ ਅਸੀਂ ਕਹਿੰਦੇ ਇਟ ਇਜ਼ ਡਿਫਾਈਨਡ ਐਜ਼ ਦਾ ਰੇਟ ਆਫ ਚੇਂਜ ਆਫ ਐਂਗੂਲਰ ਡਿਸਪਲੇਸਮੈਂਟ, ਯਾਨੀ ਹਾਊ ਮਚ ਐਂਗੂਲਰ ਡਿਸਪਲੇਸਮੈਂਟ ਵਿਲ ਬੀ ਟੇਕਨ ਬਾय ਦ ਪਾਰਟੀਕਲ, ਠੀਕ ਹੈ, ਇਨ ਅ ਗਿਵਨ ਟਾਈਮ ਇੰਟਰਵਲ। ਬਾਡੀ ਕਿੰਨਾ ਐਂਗਲ ਕਿੰਨੇ ਟਾਈਮ ਚ ਕਵਰ ਕਰਦੀ ਆ ਉਹਦੀ ਰੇਸ਼ੋ ਜਿਹੜੀ ਹੋਏਗੀ ਉਹ ਮੇਰੀ ਐਂਗੂਲਰ ਵੈਲੋਸਿਟੀ ਡਿਫਾਈਨ ਕਰਦੀ ਆ। ਕੀ ਗੱਲ ਸਮਝ ਲੱਗਦੀ ਪਈ? Yes, sir. Yes, sir. Therefore Yes, sir. ਵੈਲੋਸਿਟੀ ਨੂੰ ਡਿਫਾਈਨ ਕਰੀਏ ਤੇ ਐਂਗੂਲਰ ਵੈਲੋਸਿਟੀ ਆ ਜਾਏਗੀ
एंगल कवर्ड बाय द पार्टिकल यानी डेल्टा थीटा मान लिया ਆਪਾਂ ਇਸ ਵੇਲੇ ਇੱਥੇ ਥੀਟਾ ਲਿਖਿਆ ਹੁਣ ਆਪਾਂ ਚੇਂਜ ਦਿਖਾਣੀ ਇਸ ਕਰਕੇ ਡੈਲਟਾ ਥੀਟਾ ਲਿਖ ਰਹੇ ਬੇਟਾ ਅਦਰਵਾਈਜ਼ ਪੁੱਤ ਇੱਥੇ ਵੀ ਲਿਖਾਂ ਤੇ ਜਦੋਂ ਪਾਰਟੀਕਲ ਮੇਰਾ A ਪੁਆਇੰਟ ਤੇ ਸੀਗਾ ਤੇ ਉਦੋਂ OA ਲਾਈਨ ਆ ਉਹਦਾ ਐਂਗਲ 0 ਸੀ B ਤੱਕ ਪਹੁੰਚਦੇ ਐਂਗਲ ਥੀਟਾ ਬਣਿਆ ਯਾਨੀ ਇੱਥੇ ਵੀ ਥੀਟਾ -0 ਹੀ ਲਿਖਿਆ ਵਾ ਚੇਂਜ ਹੀ ਲਿਖੀ ਆ ਪਰ ਆਪਾਂ ਉੱਥੇ ਚੇਂਜ ਨੂੰ ਜਨਰਲ ਥੀਟਾ ਲਿਖ ਦਿੱਤਾ ਬੇਟਾ ਇਹ ਤੁਸੀਂ ਇਹ ਦੱਸਦੇ ਪਏ ਪੁੱਤ ਜਦੋਂ ਪਾਰਟੀਕਲ 1 ਪੁਆਇੰਟ ਟੂ ਅਨਦਰ ਪੁਆਇੰਟ ਜਾਏਗਾ ਤੇ ਹਾਊ ਮਚ ਐਂਗੂਲਰ ਡਿਸਪਲੇਸਮੈਂਟ ਵਿਲ ਬੀ ਕਹਿੰਦਾ ਜੀ ਕਵਰਡ ਬਾय ਦਾ ਪਾਰਟੀਕਲ ਇਨ ਅ ਗਿਵਨ ਟਾਈਮ ਤੇ ਉਹ ਐਂਗੂਲਰ ਡਿਸਪਲੇਸਮੈਂਟ ਨੂੰ ਡੈਲਟਾ ਥੀਟਾ ਤੇ ਡਿਵਾਈਡਡ ਬਾਈ ਟਾਈਮ ਇਕੁਅਲ ਡੈਲਟਾ ਟੀ ਕੀ ਆ ਗੱਲ ਸਮਝ ਲੱਗੀ Yes, Yes, sir. Yes, sir. Yes, sir. ਤੇ ਹੁਣ ਜੇ ਇਹਨੂੰ ਵੈਕਟਰ ਫਾਰਮ ਚ ਚਲੀਏ ਤੇ ਕਹਿੰਦਾ ਜੀ ਜੋ ਡਾਇਰੈਕਸ਼ਨ ਐਂਗੂਲਰ ਡਿਸਪਲੇਸਮੈਂਟ ਦੀ ਹੋਏਗੀ the same is the direction for angular velocity ਹੁਣ what is the direction of an angular displacement ਤੇ ਬੇਟਾ ਆਪਾਂ ਹੁਣੀ ਲਾਈਨ ਬੋਲ ਕੇ ਰਹੇ ਕਿ ਐਂਗੂਲਰ ਡਿਸਪਲੇਸਮੈਂਟ ਇੱਕ ਪਲੇਨ ਚਲਾਈ ਕਰਦੀ ਪਰ ਜਿਹੜਾ ਐਂਗੂਲਰ ਡਿਸਪਲੇਸਮੈਂਟ ਵੈਕਟਰ ਵਾ ਹਨਾ ਉਹ ਇਸ ਪਲੇਨ ਦੇ ਪਰਪੈਂਡੀਕੂਲਰ ਦੇ ਨਾਲ ਆਊਟਵਰਡ ਆ ਕਿ ਪਰਪੈਂਡੀਕੂਲਰ ਦੇ ਨਾਲ ਇਨਵਰਡ ਆ ਉਹ ਸੈਂਸ ਆਫ ਰੋਟੇਸ਼ਨ ਦੱਸੇਗੀ ਸਿਮਿਲਰਲੀ ਐਂਗੂਲਰ ਵੈਲੋਸਿਟੀ ਦੀ ਡਾਇਰੈਕਸ਼ਨ ਵੀ ਡੈਲਟਾ ਥੀਟਾ ਵਾਲੀ ਆ ਜੇ ਤੁਹਾਡੀ ਬਾਡੀ ਇੱਕ ਐਂਟੀ ਕਲੌਕਵਾਈਜ਼ ਮੈਨਰ ਚ ਮੂਵ ਕਰਦੀ ਪਈ ਆ ਤੇ ਐਂਗੂਲਰ ਡਿਸਪਲੇਸਮੈਂਟ ਵੈਕਟਰ ਠੀਕ ਹੈ ਤੇ ਐਂਗੂਲਰ ਵੈਲੋਸਿਟੀ ਕਹਿੰਦਾ ਜੀ both will be perpendicular to the plane and in outward direction ਔਰ ਜੇ ਇਹ ਚੀਜ਼ ਮੇਰੀ ਕਲੌਕਵਾਈਜ਼ ਰੋਟੇਟ ਕਰਦੀ ਪਈ ਤੇ ਇਹ ਦੋਨੋਂ ਦੇ ਦੋਨੋਂ ਵੈਕਟਰ ਜਿਹੜੇ ਨੇ ਐਂਗੂਲਰ ਡਿਸਪਲੇਸਮੈਂਟ ਵੀ ਤੇ ਐਂਗੂਲਰ ਵੈਲੋਸਿਟੀ ਪਲੇਨ ਦੇ ਪਰਪੈਂਡੀਕੂਲਰ ਤੇ ਕਹਿੰਦਾ ਜੀ ਇਨਵਰਡ ਆਊਗੀ ਕੀ ਆ ਗੱਲ ਸਮਝ ਆਈ Yes, sir. Yes, sir. ਠੀਕ ਹੈ ਸੋ ਇਥੋਂ ਯੂਨਿਟ ਇਹਦਾ ਡਿਫਾਈਨ ਕਰ ਲਓ ਐਂਗੂਲਰ ਡਿਸਪਲੇਸਮੈਂਟ ਰੇਡੀਅਨ ਚ ਟਾਈਮ ਇਹਦਾ ਆ ਜਾਏਗਾ ਇਸ ਨੂੰ ਯੂਨਿਟ ਆਫ ਐਂਗੂਲਰ ਵੈਲੋਸਿਟੀ ਜੇ ਯੂਨਿਟ ਆਫ ਓਮੇਗਾ ਲਿਖੀਏ ਤੇ ਇਹਦਾ ਯੂਨਿਟ ਰੇਡੀਅਨ ਪਰ ਸੈਕਿੰਡ ਆ ਜਾਏਗਾ ਬੇਟਾ ਉਧਰੋਂ ਆਪਣਾ ਮੀਟਰ ਪਰ ਸੈਕਿੰਡ ਆ ਇਧਰ ਯੂਨਿਟ ਰੇਡੀਅਨ ਪਰ ਸੈਕਿੰਡ ਕੀ ਆ ਗੱਲ ਸਮਝ ਲੱਗਦੀ ਪਈ ਨਵਨੀਤ ਗੁਰਸਿਮਰਨ Yes, sir. Yes, sir. ਕੀ ਬਾਕੀਆਂ ਨੂੰ ਸਾਰਿਆਂ ਨੂੰ ਵੀ ਕਲੀਅਰ ਹੈ ਬੱਚੇ Yes, Yes, sir. sir. ਚਲੋ ਥਰਡ ਟਰਮ ਆਪਣੇ ਕੋਲ ਇਹਦੇ ਵਿੱਚ ਆ ਜਾਏਗੀ ਜਿਹੜੀ ਠੀਕ ਹੈ ਜੀ ਉਹ ਆ ਜਾਣੀ ਐਂਗੂਲਰ ਐਕਸਲਰੇਸ਼ਨ ਹਾਊ ਮਚ ਇਜ਼ ਦਾ ਐਂਗੂਲਰ ਵੈਲੋਸਿਟੀ ਵਿਲ ਬੀ ਚੇਂਜ ਪਰ ਯੂਨਿਟ ਟਾਈਮ ਹਨਾ ਐਂਗੂਲਰ ਵੈਲੋਸਿਟੀ ਆਪਣੀ ਚੇਂਜ ਹੁੰਦੀ ਪਈ ਆ ਪਾਰਟੀਕਲ ਸਰਕੂਲਰ ਪਾਥ ਤੇ ਮੂਵ ਕਰਦਾ ਪਿਆ ਕੰਟੀਨਿਊਸਲੀ ਉਹਦੀ ਐਂਗੂਲਰ ਰੋਟੇਸ਼ਨ ਦੀ ਅਮਾਉਂਟ ਚੇਂਜ ਹੁੰਦੀ ਪਈ ਆ ਤੇ ਜੇ ਗਿਵਨ ਟਾਈਮ ਚ ਐਂਗੂਲਰ ਰੋਟੇਸ਼ਨ ਦੀ ਅਮਾਉਂਟ ਚੇਂਜ ਹੋਏਗੀ ਤੇ ਵੀ ਸੈਡ motion is called as the ਕਹਿੰਦਾ ਜੀ accelerated motion ਤੇ ਇਸ ਲਈ ਥਰਡ ਟਰਮ ਆਪਣੇ ਕੋਲ ਆ ਜਾਏਗੀ that called as the angular acceleration so angular acceleration ਉਹਨੂੰ alpha ਨਾਲ ਡਿਫਾਈਨ ਕਰਦੇ ਬੇਟਾ angular acceleration alpha ਆ ਜਾਏਗੀ ਤੇ alpha ਡਿਫਾਈਨ ਕਰੀਏ ਤੇ it is the ratio of delta omega over delta t ਇਹ ਮੇਰਾ alpha ਡਿਫਾਈਨ ਕਰ ਦੇਗਾ ਯਾਨੀ ਇਹ ਤੋਂ alpha ਵੈਕਟਰ ਦੀ ਵੈਲਿਊ ਆ ਜਾਊਗੀ ਸਮਝ ਲੱਗਦੀ ਪਈ Yes, sir. Yes, sir. Yes, sir. ਇਹਦਾ ਜੇ ਯੂਨਿਟ ਡਿਫਾਈਨ ਕਰੀਏ ਤੇ ਇਹਦਾ ਯੂਨਿਟ ਆ ਜਾਏਗਾ ਰੇਡੀਅਨ ਪਰ ਸੈਕਿੰਡ ਸਕੁਅਰ ਇਹ ਤਿੰਨ ਟਰਮਸ ਨੇ ਸਭ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਸਰਕੂਲਰ ਮੋਸ਼ਨ ਚ ਚਾਹੀਦੀਆਂ ਐਂਗੂਲਰ ਡਿਸਪਲੇਸਮੈਂਟ ਐਂਗੂਲਰ ਵੈਲੋਸਿਟੀ ਤੇ ਐਂਗੂਲਰ ਐਕਸਲਰੇਸ਼ਨ ਕੀ ਤਿੰਨੇ ਟਰਮ ਕਲੀਅਰ ਆ Yes, sir. Yes, sir. ਇਹ 'ਚ ਕੋਈ ਵਰਡ Yes, sir. ਹੈਗਾ ਕੋਈ ਚੀਜ਼ ਨਹੀਂ ਕਲੀਅਰ ਤੇ ਇੱਕ ਵਾਰੀ ਜ਼ਰੂਰ ਬੋਲ ਦਿਓ ਬੇਟਾ Clear, sir. ਕਰੀਏ ਕੰਟੀਨਿਊ Yes, sir. Yes, Yes, sir. sir. Yes. ਚਲੋ ਨੈਕਸਟ Sir. ਟਾਪਿਕ नेक्स्ट टॉपिक ऐसे तो बनेगा अपना ਹੁਣ डेरिवेशन है बेटा समझियो ध्यान ना हाँ जी नेक्स्ट टॉपिक हैगा ਤੁਹਾਡੇ ਕੋਲ रिलेशन between linear and angular velocity relation between linear velocity and angular velocity linear velocity ਆਪਾਂ v ਨਾਲ represent ਕਰਦੇ ਪਏ और angular velocity omega ना ठीक है या ਇਹਦੀ ਥਾਂ ਤੇ ਆ ਜਾਏਗਾ prove that v equal to r omega ਆ ਰਿਲੇਸ਼ਨ ਹੋਏਗਾ ਤੁਹਾਡੇ ਕੋਲ ਜਿਹੜਾ ਲੀਨੀਅਰ ਤੇ ਐਂਗੂਲਰ ਵੈਲੋਸਿਟੀ ਨੂੰ ਰਿਲੇਟ ਕਰੇਗਾ
ਉਹ ਕਹਿੰਦਾ ਪੁੱਤ ਫਾਰਮੂਲਾ ਡਰਾਈਵ ਕਰ ਲਓ ਸੌਖਾ ਵਾ ਸਮੇਂ ਧਿਆਨ ਨਾਲ ਲਈਓ ਆਪਾਂ ਜੇ ਥਿਉਰੀ ਵਾਈ ਚਲੇ ਤਾਂ ਭਾਈ ਕਹਿੰਦੇ ਪਏ ਕੰਸੀਡਰ ਇਹ ਪਾਰਟੀਕਲ ਇਜ਼ ਮੂਵਿੰਗ ਔਨ ਅ ਸਰਕੂਲਰ ਪਾਥ ਤੁਹਾਡੇ ਕੋਲ ਕੋਈ ਪਾਰਟੀਕਲ ਹੈਗਾ ਜਿਹੜਾ ਸਰਕੂਲਰ ਪਾਥ ਤੇ ਮੂਵ ਕਰਦਾ ਪਿਆ let at any instant particle is available at the point A ਔਰ ਇਹਦਾ ਡਿਸਟੈਂਸ ਅਸੀਂ ਐਸ ਚੋਂ ਲਿਖ ਦਿੱਤਾ r1 ਗੱਲ ਸਮਝਿਓ ਧਿਆਨ ਨਾਲ ਕੁਝ ਚੀਜ਼ ਐਡ ਕਰਦਾ ਪਿਆ when the particle is at point A ठीक है then its radius vector is represented by r1 let me say particle shift from A to B थोड़ा particle A तो B ਕਿਤੇ shift ਕਰ ਗਿਆ ਔਰ ਜਦੋਂ A ਤੋਂ B shift ਕੀਤਾ ਤਾਂ ਅਸੀਂ ਕਹਿੰਦੇ ਜੀ ਉਸ ਇਨਸਟੈਂਟ ਤੇ ਇਹਦਾ ਪੋਜੀਸ਼ਨ ਵੈਕਟਰ ਯਾਨੀ ਇਹਦਾ ਰੇਡੀਅਸ ਵੈਕਟਰ r2 ਰੱਖ ਲਓ ਠੀਕ ਆ ਔਰ ਜਿਹੜਾ ਐਂਗਲ ਇਹਨੇ ਇੱਥੇ ਸੈਂਟਰ ਤੇ ਕਵਰ ਕੀਤਾ ਬੇਟਾ ਇਸ ਐਂਗਲ ਨੂੰ ਅਸੀਂ ਡੈਲਟਾ ਥੀਟਾ ਸਿੰਬਲ ਦੇ ਲਿਆ ਕਲੀਅਰ ਇਨੀ ਗੱਲ Yes, sir. Yes, sir. ਜਿਹੜੀ ਆਰਕ ਬਣਦੀ ਪਈ ਆਰਕ ਦੀ ਲੈਂਥ ਜੇ ਅਸੀਂ ਡਿਫਾਈਨ ਕਰੀਏ ਤੇ ਲੈਟ ਵੀ ਸੇ ਕਿ ਆਰਕ ਲੈਂਥ ਮੇਰੇ ਕੋਲ ਡੈਲਟਾ ਐਲ ਆ ਹੁਣ ਸਟੇਟਮੈਂਟ ਦੇ ਵਿੱਚੋਂ ਕੁਝ ਵਰਡ ਲੈਣ ਲੱਗਿਆ ਗੱਲ ਸਮਝਿਓ ਧਿਆਨ ਨਾਲ ਪਹਿਲੋ ਗੱਲ ਕਰਕੇ ਅੜਿਆ ਤੁਹਾਡੇ ਨਾਲ ਲੀਨੀਅਰ ਵੈਲੋਸਿਟੀ ਆਪਾਂ ਕਨਸੈਪਟ ਲੈ ਕੇ ਚੱਲਦੇ ਪਏ ਸਰਕੂਲਰ ਮੋਸ਼ਨ ਦਾ ਤੇ ਸਰਕਲ ਦੇ ਵਿੱਚ ਸਟ੍ਰੇਟ ਲਾਈਨ ਕਿੱਥੋਂ ਆ ਗਈ ਉਹ ਤਾਂ ਹੁਣੀ ਇੱਕ ਗੱਲ ਕਹੀ ਸੀਗੀ ਕਿ ਜਦੋਂ ਕਿਸੇ ਬਾਡੀ ਦੀ ਮੋਸ਼ਨ ਅਸੀਂ ਲੈਨੇ ਸਰਕਲ ਤੇ ਵੀ ਆ ਉਹ ਕਹਿੰਦਾ ਵੀ ਬੇਸਿਕਲੀ ਸਰਕਲ ਵੀ ਜਿਹੜਾ ਵਾ ਉਹ ਨੰਬਰ ਆਫ ਸਟ੍ਰੇਟ ਲਾਈਨ ਨੂੰ ਜੁਆਇਨ ਕਰਕੇ ਬਣੂਗਾ Yes, sir. ਉਹ ਕਹਿੰਦਾ ਜੀ ਫਿਰ ਜੇ ਸਰਕਲ ਨੰਬਰ ਆਫ ਸਟ੍ਰੇਟ ਲਾਈਨ ਨੂੰ ਜੁਆਇਨ ਕਰਕੇ ਬਣਦਾ ਤੇ ਜੇ ਮੈਂ ਇੱਕ ਸਮਾਲ ਟਾਈਮ ਦੇ ਅੰਦਰ ਇੱਕ ਸਮਾਲ ਸਟ੍ਰੇਟ ਲੈਂਥ ਲੈ ਲਵਾਂ ਜੇ ਮੈਂ ਇੱਕ ਸਮਾਲ ਟਾਈਮ ਦੇ ਅੰਦਰ ਆ ਇੱਕ ਸਮਾਲ ਸਟ੍ਰੇਟ ਲੈਂਥ ਲੈ ਲਵਾਂ ਤੇ ਆਹੀ ਫਿਗਰ ਜਿਹੜੀ ਆਪਾਂ ਬਣਾਉਂਦੇ ਪਏ ਆ ਆਹੀ ਫਿਗਰ ਜਿਹੜੀ ਇੱਥੇ ਆਪਾਂ ਮੈਗਨੀਫਾਈਡ ਦਿਖਾਉਂਦੇ ਪਏ ਆ ਬੇਸਿਕਲੀ ਉਹ ਫਿਗਰ ਇਸ ਪੋਰਸ਼ਨ ਤੋਂ ਵੀ ਛੋਟੀ ਆ ਗੱਲ ਸਮਝ ਲੱਗੀ ਜੋ ਮੈਂ ਬੋਲਿਆ Yes, sir. Yes, sir. ਠੀਕ ਆ ਜਿਹੜਾ ਇਸ ਮੂਮੈਂਟ ਤੇ ਇੱਥੇ ਐਂਗਲ ਟ੍ਰੇਸ ਕਰਦੇ ਪਏ that angle is taken to be very small ਯਾਨੀ ਇਹ ਸਮਾਲ ਟਾਈਮ ਦੇ ਅੰਦਰ ਸਮਾਲ ਐਂਗਲ ਵਾਸਤੇ ਕੰਡੀਸ਼ਨਸ ਆ ਜਿਹੜੀਆਂ ਆਪਾਂ ਬਣਾਉਂਦੇ ਨੇ ਉਹਦੇ ਲਈ ਉਹਨੇ ਮੈਨੂੰ ਡਿਫਾਈਨ ਹੀ ਕਰ ਦਿੱਤਾ ਕਿ ਜੇ ਆ ਮੈਂ ਸਟ੍ਰੇਟ ਲਾਈਨ ਪਾਥ ਗਿਣਾ ਜੇ ਇਸ ਨੂੰ ਮੈਂ ਸਟ੍ਰੇਟ ਲਾਈਨ ਗਿਣਾ ਤੇ ਇਸ ਸਟ੍ਰੇਟ ਲਾਈਨ ਪਾਥ ਤੇ ਜਿਹੜਾ ਪਾਰਟੀਕਲ ਮੂਵ ਕਰੇਗਾ ਉਹਦੀ ਲੀਨੀਅਰ ਵੈਲੋਸਿਟੀ ਕੰਸੀਡਰ ਕਰਾਂਗੇ Yes, sir. Yes, sir. on the other side ਜੇ ਮੈਂ ਇਸ ਸਟ੍ਰੇਟ ਲਾਈਨ ਦੀ ਥਾਂ ਤੇ ਇਹਨੂੰ ਆਰਕ ਦਾ ਪਾਰਟ ਕੰਸੀਡਰ ਕਰਾਂ ਤੇ ਫਿਰ ਇੱਥੇ ਇਹਨੇ ਅਸੀਂ ਮੰਨਦੇ ਕੁਝ ਐਂਗਲ ਕਵਰ ਕੀਤਾ ਤੇ ਜੇ ਇਹ ਆਰਕ ਟ੍ਰੀਟ ਹੁੰਦੀ ਪਈ ਇਹ ਸਮਾਲ ਐਂਗਲ ਕਵਰ ਕਰੇਗੀ ਉਦੋਂ ਇਹ ਸਰਕੂਲਰ ਮੋਸ਼ਨ ਦਾ ਪਾਰਟ ਆ ਇਹਦਾ ਮਤਲਬ ਇਹ ਹੋ ਗਿਆ ਕਿ ਸਮਾਲ ਆਪਣੇ ਕੋਲ ਲੈਂਥ ਵਾਸਤੇ ਜਾਂ ਕਹ ਲਓ ਸਮਾਲ ਟਾਈਮ ਇੰਟਰਵਲ ਦੇ ਅੰਦਰ ਠੀਕ ਹੈ ਜੀ ਆਹ ਪੋਰਸ਼ਨ ਮੇਰਾ ਜਿਹੜਾ ਸਟ੍ਰੇਟ ਲਾਈਨ ਆ ਔਨ ਦਾ ਅਦਰ ਸਾਈਡ ਇਹਨੂੰ ਮੈਂ ਆਰਕ ਟ੍ਰੀਟ ਕਰਦਾ ਇਹਦੇ ਵੱਲ ਇੱਕ ਪਾਸੇ ਇਹ ਲੀਨੀਅਰ ਵੈਲੋਸਿਟੀ ਤੇ ਦੂਜੇ ਪਾਸੇ ਇਹ ਐਂਗਲ ਕਵਰਡ ਪਰ ਯੂਨਿਟ ਟਾਈਮ ਯਾਨੀ ਐਂਗੂਲਰ ਵੈਲੋਸਿਟੀ ਉਹਨਾਂ ਦੋ ਚੀਜ਼ਾਂ ਨੂੰ ਆਪਸ ਵਿੱਚ ਰਿਲੇਟ ਕਰੇਗਾ ਕੀ ਗੱਲ ਸਮਝ ਲੱਗੀ ਬੱਚੇ ਜੋ ਬੋਲਿਆ ਮੈਂ Yes, sir. Yes, sir. Yes, sir. स्नेहा एक बार अटेंडेंस ला दे स्नेहा अटेंडेंस मार्क करी देखी हाँ जी हुन इथों जे ऐसे च कंटिन्यू करिए ते पुत आपां इस रिलेशन ਨੂੰ एस्टैब्लिश करना कि भी लीनियर ते एंगुलर वेलोसिटी आपस ਚ ਜਦੋਂ ਲਿੰਕ ਕਰਾਂਗੇ ਤੇ ਰੇਡੀਅਸ ਵੈਕਟਰ ਉਹ ਟਰਮ ਹੋਏਗੀ ਜਿਹੜੀ ਲੀਨੀਅਰ ਤੇ ਐਂਗੂਲਰ ਟਰਮਸ ਨੂੰ ਆਪਸ ਚ ਲਿੰਕ ਕਰਾਂਦੀ ਹੈ ਉਹਦੇ ਵਾਸਤੇ ਆਪਾਂ ਇਹ ਤੋਂ ਸ਼ੁਰੂ ਕਿੱਥੋਂ ਕਰਨ ਲੱਗੇ we know that angular velocity is given by ਉਹ ਤੇ ਜਿਹੜੀ ਚੀਜ਼ ਮੈਂ ਇੱਥੇ ਲਿਖ ਨਹੀਂ ਰਿਹਾ ਠੀਕ ਹੈ ਤੁਹਾਡੇ ਜਿਹੜੇ ਨੋਟਸ ਸੈਂਡ ਕੀਤੇ ਉਹ ਚ ਹੈਗੀ ਆ ਇਹਦੀ ਮੈਂ ਥਿਉਰੀ ਨਹੀਂ ਲਿਖ ਰਿਹਾ ਕਿ ਕੰਸੀਡਰ a particle is moving on a circular path let the particle is at point A its radius vector is r1 when it reach at the point B its radius vector become r2 ठीक है let delta theta be the angle covered by the particle ਇਹ ਚਾਰ ਲਾਈਨਾਂ ਥਿਊਰੀ ਦੀਆਂ ਜੋ ਬੋਲਿਆ ਹਨਾ ਜਦੋਂ ਵੀ ਆਰਟੀਕਲ ਸ਼ੁਰੂ ਕਰੋਗੇ ਉਹ ਚ ਕੋਸ਼ਿਸ਼ ਕਰੋ ਆਪਣੇ ਜਿਹੜੇ ਕੁਐਸਚਨ ਚ ਵੇਰੀਏਬਲ ਯੂਜ਼ ਕਰਨੇ ਆ ਉਹ ਇੱਕ ਵਾਰੀ ਜ਼ਰੂਰ ਤੁਸੀਂ ਦੱਸ ਦੋਗੇ ਕਲੀਅਰ ਇਨੀ ਗੱਲ Yes, sir. Yes, sir. we know that angular velocity is given by angular velocity ਦਾ ਫਾਰਮੂਲਾ ਲਿਖੀਏ ਓਮੇਗਾ ਕੀ ਸੀਗਾ ਜੀ ਫਾਰਮੂਲਾ ਓਮੇਗਾ ਦਾ Delta theta by delta divided by delta t. Delta theta by delta t. angular displacement by time taken ਤੇ ਇਥੋਂ ਡੈਲਟਾ ਥੀਟਾ ਕੱਢ ਲਵਾਂ ਤੇ ਡੈਲਟਾ ਥੀਟਾ ਦੀ ਵੈਲਿਊ ਓਮੇਗਾ ਡੈਲਟਾ ਟੀ ਆ ਜਾਊ Yes, sir. Yes, sir.
ਇਹ ਓਮੇਗਾ ਦੇ ਬੇਸ ਤੇ ਅਸੀਂ ਡੈਲਟਾ ਥੀਟਾ ਦੀ ਵੈਲਿਊ ਕੱਢੀ, ਇੱਕ ਡੈਲਟਾ ਥੀਟਾ ਦੀ ਵੈਲਿਊ ਇਥੋਂ ਫਿਗਰ ਤੋਂ ਕੱਢ ਦਾਂਗੇ। ਤੇ ਜੇ ਮੈਂ ਐਂਗਲ ਦੀ ਡੈਫੀਨੇਸ਼ਨ ਦਵਾਂ, ਐਂਗਲ ਕਾਦੇ ਬਰਾਬਰ ਹੁੰਦਾ? R Length of per arc upon radius. ਲੈਂਥ ਆਫ ਆਰਕ ਓਵਰ ਰੇਡੀਅਸ, ਹੈ ਨਾ। ਇੱਥੇ ਹੁਣ ਇੱਕ ਚੀਜ਼ ਦੇਖੋ, ਰੇਡੀਅਸ ਵੈਕਟਰ ਅਸੀਂ ਡਿਫਰੈਂਟ ਦਿਖਾਏ ਆ, ਕਹਿੰਦਾ ਪੁੱਤ ਫਰਕ ਕਿੱਥੇ ਆ? ਜੇ ਮੈਂ ਐਸਐਚ ਏ ਪੁਆਇੰਟ ਦੀ ਪੋਜੀਸ਼ਨ origin ਤੋਂ ਦੱਸਣੀ ਆ ਤੇ r1 ਮੇਰਾ ਪੋਜੀਸ਼ਨ ਵੈਕਟਰ ਆ, ਇਹਦੀ O ਤੋਂ ਮੈਂ B ਦੀ ਪੋਜੀਸ਼ਨ ਦੱਸਣੀ ਆ, r2 ਮੇਰਾ ਪੋਜੀਸ਼ਨ ਵੈਕਟਰ। ਪੋਜੀਸ਼ਨ ਵੈਕਟਰ ਦੋਨਾਂ ਦੀ ਡਾਇਰੈਕਸ਼ਨ ਡਿਫਰੈਂਟ ਆ, ਪਰ ਕਿਉਂਕਿ ਇਹ ਦੋਨੋਂ ਦੇ ਦੋਨੋਂ ਸਰਕਲ ਦੇ ਰੇਡੀਅਸ ਬਣਦੇ, ਇਸ ਲਈ ਲੈਂਥ ਵਾਈਜ਼ ਸੇਮ ਆ, ਪਰ ਡਾਇਰੈਕਸ਼ਨ ਵਾਈਜ਼ ਇਹ ਦੋ ਡਿਫਰੈਂਟ ਵੇਰੀਏਬਲਸ ਨੇ। ਆ ਗੱਲ ਸਮਝ ਲੱਗੀ? r1 r2 ਕਿਉਂ ਰੱਖਿਆ ਆਪਾਂ? Yes, sir. ਠੀਕ ਆ। ਇੱਥੇ ਜੇ ਆਪਾਂ ਲਿਖੀਏ here magnitude of r1 vector, ਮੈਗਨੀਟਿਊਡ ਕਿਸੇ ਵੈਕਟਰ ਲਿਖਣ ਦਾ ਮੈਥਡ ਦੱਸਿਆ ਸੀਗਾ ਕਿ ਵੈਕਟਰ ਲਿਖ ਕੇ ਉਹਦੇ ਤੇ ਮੋਡੂਲਸ ਪਾ ਦਿਓ, ਕਿਉਂਕਿ ਮੋਡੂਲਸ ਵੈਲਿਊ ਹਮੇਸ਼ਾ ਸਿਰਫ ਤੁਹਾਡੇ ਕੋਲ ਜਿਹੜੀ ਉਹ ਮੈਗਨੀਟਿਊਡ ਡਿਫਾਈਨ ਕਰਦੀ ਹੈ। ਇਸ ਲਈ r1 ਵੈਕਟਰ ਦਾ ਮੋਡੂਲਸ, r2 ਵੈਕਟਰ ਦਾ ਮੋਡੂਲਸ ਅਸੀਂ ਕਹਿੰਦੇ ਜੀ ਇਕੁਅਲ ਆ, ਤੇ ਦੋਨਾਂ ਨੂੰ ਕਾਮਨ ਸਿੰਬਲ r ਦੇ ਸਕਦੇ। ਆ ਗੱਲ ਸਮਝ ਲੱਗੀ? Yes, sir. Yes, sir. ਚਲ ਹੁਣ ਇਹਦੇ ਅਕੋਰਡਿੰਗਲੀ ਆਪਾਂ ਜੇ ਫਿਗਰ ਜੋ ਚਲੀਏ, ਠੀਕ ਹੈ, ਆਲਸੋ ਫਰਮ ਫਿਗਰ ਡੈਲਟਾ ਥੀਟਾ ਨੂੰ ਡਿਫਾਈਨ ਕਰਾਂ ਤੇ ਡੈਲਟਾ ਥੀਟਾ ਮੇਰੇ ਕੋਲ ਆ ਜਾਏਗਾ ਆਰਕ AB ਓਵਰ ਰੇਡੀਅਸ। OA ਲਵਾਂ ਜਾਂ OB ਲਵਾਂ, ਦੋਨਾਂ ਰੇਡੀਅਸ ਲੈਂਥ ਸੇਮ ਹੈਗੀ ਆ। ਆਰਕ ਦੀ ਲੈਂਥ ਮੇਰੇ ਕੋਲ ਡੈਲਟਾ L ਆ ਗਈ ਓਵਰ ਰੇਡੀਅਸ ਦੀ ਲੈਂਥ R ਆ ਗਈ। ਇੱਕ ਡੈਲਟਾ ਥੀਟਾ ਦਾ ਫਾਰਮੂਲਾ ਇਤੋਂ ਬਣ ਗਿਆ, ਇੱਕ ਡੈਲਟਾ ਥੀਟਾ ਦਾ ਫਾਰਮੂਲਾ ਆਪਣੇ ਕੋਲ ਪਹਿਲੋਂ ਹੈਗਾ। ਦੋਨੋਂ ਦੇ ਦੋਨੋਂ ਫਾਰਮੂਲੇ ਇਕੁਏਟ ਕਰ ਦੋ from 1 and 2। ਜੇ 1 and 2 ਤੋਂ ਚਲੀਏ ਤੇ ਆਪਣੇ ਕੋਲ ਰਿਜ਼ਲਟ ਆ ਗਿਆ ओमेगा डेल्टा t इक्वल टू डेल्टा L by R। समझ लगी नहीं? Yes, sir. Sir. Yes, sir. Yes, sir. कोई नो सर वाला भी हैगा कि नहीं? No, sir. मैं देख ला बोल पिया। चलो इतने टर्म नो रीअरेंज करो पुत्र। टर्म नो रीअरेंज इदा करांगे कि टाइम इंटरवल इस साइड ले जाओ। अपने को आ गया ओमेगा R इक्वल टू डेल्टा L by डेल्टा t। ठीक है, ਹੁਣ ਜੇ ਮੈਂ ਇੰਨੀ ਟਰਮ ਨੂੰ ਲਵਾਂ ਕਿ ਵੀ ਜੇ ਇਹ ਸਮਾਲ ਐਂਗਲ ਆ, ਜਿਹਨੂੰ ਆਪਾਂ ਐਂਗਲ ਦਿੱਤਾ ਸੀ, ਜੇ ਇਹ ਸਮਾਲ ਟਾਈਮ ਚ ਸਮਾਲ ਐਂਗਲ ਆ ਬੇਟਾ, ਤੇ ਫਿਰ ਇਹ ਆਰਕ ਆਪਣੇ ਆਪ ਚ ਇੱਕ ਸਟ੍ਰੇਟ ਲਾਈਨ ਡਿਸਟੈਂਸ ਗਿਣਿਆ ਜਾਊਗਾ। Yes, sir. ਤੇ ਜੇ ਇਹ ਸਟ੍ਰੇਟ ਲਾਈਨ ਡਿਸਟੈਂਸ ਆ, ਇਹਦਾ ਮਤਲਬ ਇਹ A ਤੋਂ ਲੈ ਕੇ B ਪੁਆਇੰਟ ਤੱਕ ਦੀ ਡਿਸਪਲੇਸਮੈਂਟ ਨੂੰ ਸ਼ੋ ਕਰੂ। ਤੇ ਆ ਮੇਰਾ ਟਾਈਮ ਆ ਗਿਆ, ਤੇ ਡਿਸਪਲੇਸਮੈਂਟ ਬਾਈ ਟਾਈਮ ਕਿਹਨੂੰ ਕਹਿੰਦੇ? Velocity. ਵੈਲੋਸਿਟੀ। ਇਸੇ ਚੀਜ਼ ਨੂੰ ਆਪਾਂ ਲਿਖਣ ਦਾ ਮੈਥਡ ਇਦਾਂ ਦੱਸਾਂਗੇ, ਫॉर ਸ਼ਾਰਟ ਟਾਈਮ ਇੰਟਰਵਲ। ਆ ਸਟੈਪ ਸਮਝ ਲਿਓ ਜੋ ਕਰਨ ਲੱਗਿਆ, ਫॉर ਸ਼ਾਰਟ ਟਾਈਮ ਇੰਟਰਵਲ। ਠੀਕ ਆ, ਇਹਨੂੰ ਇਕੁਏਸ਼ਨ ਨੰਬਰ 3 ਦੇ ਦਿਓ। ਇਕੁਏਸ਼ਨ 3 can be written as, इक्वेशन 3 दोबारा लिख दिए, तेनों इदा लिख दांगे ओमेगा r इक्वल टू, आ नवी टर्म ऐड कर रहे हैं, इन समझ लो गल नूं, ओमेगा r इक्वल टू लिमिट डेल्टा t टेंड्स टू 0 डेल्टा L by डेल्टा t। पता क्या कीता आपा? Yes, sir. क्या कीता जब? सर यहाँ पे हमने लिमिट मतलब कि जो डेल्टा टी की वैल्यू 0 तक पहुंच जाएगी, डेल्टा टी की वैल्यू सर टेंड्स टू, यानी वो तो ਅਸੀਂ ਇੱਥੇ ਕੰਡੀਸ਼ਨ ਦਿੱਤੀ ਆ ਕਿ ਜੇ ਬਹੁਤ ਛੋਟਾ ਟਾਈਮ ਇੰਟਰਵਲ ਆ ਜਿਹਦੇ ਵਾਸਤੇ ਤੁਸੀਂ ਸਾਰਾ ਰਿਲੇਸ਼ਨ ਲਗਾ ਰਹੇ ਹੋ, ਬੱਚੇ ਚੇਂਜ ਨੂੰ ਸ਼ੋ ਕਰਨ ਦੇ ਨਾ ਦੋ ਆਪਣੇ ਕੋਲ ਮੈਥਡ ਹੁੰਦੇ ਆ। ਚੇਂਜ ਜੇ ਡੈਲਟਾ ਨਾਲ ਦਿਖਾਉਂਦੇ ਹੋਈਏ ਕਿਸੇ ਟਰਮ ਦੀ, ਇਹਨੂੰ ਲਾਰਜ ਚੇਂਜ ਕਹਿ ਦਿੰਦੇ, ਤੇ ਜੇ ਮੈਂ ਬਹੁਤ ਸ਼ਾਰਟ ਚੇਂਜ ਹੋਵੇ ਫਿਰ ਆਪਾਂ ਡੈਲਟਾ ਨੂੰ ਡੀ ਚ ਕਨਵਰਟ ਕਰ ਦਿੰਦੇ। यानी जे मैं आ सारे दी सारी इन्नी टर्म नू कंबाइंड लिखना होवे ते इनू मैं dl by dt पढ़ांगा। यानी सिंपल मेरे को गिवन इंस्टेंट ते बॉडी दी डिस्प्लेसमेंट कितनी ते कितने टाइम चो डिस्प्लेसमेंट है, ते dl by dt डिस्प्लेसमेंट बाय टाइम। ठीक है, बट dl by dt it can be written equal to v, जिन्हों आपा वेलोसिटी एट एनी इंस्टेंट कहांगे। देयरफॉर अपने को रिलेशन आ जाएगा ओमेगा r इक्वल टू v। आम इक्वल v इक्वल टू r ओमेगा वाला मेरा रिलेशन जड़ा वो एस्टैब्लिश हो जाना। क्या समझ आई गल? Yes, Yes, sir.
1 ਮਿੰਟ ਦੇ ਰਿਹਾ, ਪੂਰੇ ਟੌਪਿਕ ਨੂੰ ਨਿਗਾਹ ਮਾਰੋ, ਦੇਖੋ ਜੇ ਕੋਈ ਸਟੈਪ ਡਾਊਟਫੁਲ ਹੈਗਾ ਤੇ ਦੁਬਾਰਾ ਫਿਰ ਬੋਲੂਗੇ ਆਪਾਂ, ਫਿਰ ਉਸ ਤੋਂ ਬਾਅਦ ਅੱਗੇ ਕੰਟੀਨਿਊ ਕਰਾਂਗੇ। सर मेगा आर तो बाद की लिखा एलटी है। ਲਿਮਿਟ ਡੈਲਟਾ ਟੀ ਲਿਮਿਟ ਨੂੰ ਐਲਟੀ ਨਾਲ ਲਿਖ ਦਿੱਤਾ। सर लिमिट वाला एक बार फिर से बता दीजिए। नाम से बोलो दोबारा। सर लिमिट वाला एक बार फिर से एक्सप्लेन कर दीजिए। ਆਪਾਂ ਇਹ ਕਹਿੰਦੇ ਨਾ ਬੇਟਾ ਕਿ ਜਦੋਂ ਤੁਸੀਂ ਐਸ ਚ ਕਿਸੇ ਚੀਜ਼ ਨੂੰ ਬੰਦਿਸ਼ ਲਗਾਣੀ ਹੈ ਨਾ, ਅਸੀਂ ਟਾਈਮ ਤੇ ਲਿਮਿਟ ਲਗਾ ਰਹੇ, ਟਾਈਮ ਨੂੰ ਬੰਨਦੇ ਪਏ ਆ ਕਿ ਵੀ ਮੈਂ ਜਿਹੜੀ ਚੀਜ਼ ਨੋਟ ਕਰਨੀ ਨਾ ਉਹ ਇੱਕ ਬਹੁਤ ਛੋਟੇ ਟਾਈਮ ਇੰਟਰਵਲ ਹੀ ਹੈ। ਮੈਂ ਐਗਜ਼ਾਮਪਲ ਅੱਗੇ ਵੀ ਦਿੱਤੀ ਸੀਗੀ, ਜਿੱਦਾਂ ਐਵਰੇਜ ਵੈਲੋਸਿਟੀ ਤੇ ਇਨਸਟੈਂਟੇਨੀਅਸ ਵੈਲੋਸਿਟੀ ਦਾ ਡਿਫਰੈਂਸ ਲੈਣਾ ਹੋਵੇ, ਅਸੀਂ ਕਹਿੰਦੇ when we are calculating the average value always calculated over the large time interval. For example, if you are calculating the average velocity है ना for the time interval of 3 second, ਤੇ ਇਹਦਾ ਮਤਲਬ ਹੋ ਗਿਆ 0 ਸੈਕਿੰਡ ਤੋਂ ਲੈ ਕੇ 3 ਸੈਕਿੰਡ ਤੱਕ ਦਾ ਜਿਹੜਾ ਪੂਰਾ ਗੈਪ ਆ, ਇਹਦੇ ਵਿੱਚ ਦੱਸੋ ਜੀ ਮੇਰੀ ਵੈਲੋਸਿਟੀ ਕਿੰਨੀ ਆਈ ਹੈ। ਪਰ ਜੇ ਮੈਂ ਇਹ ਕਹਾਂ ਕੈਲਕੂਲੇਟ ਦਾ ਵੈਲੋਸਿਟੀ ਆਫ ਦਾ ਬੋਡੀ ਐਟ t equal to 3rd second, at t equal to 3rd second, ਇਹ ਮਤਲਬ ਮੈਂ ਇਸ ਟਾਈਮ ਗੈਪ ਨੂੰ 0 ਤੋਂ 3 ਸੈਕਿੰਡ ਤੱਕ ਦਾ ਜਿਹੜਾ ਇੰਟਰਵਲ ਸੀਗਾ ਉਹਨੂੰ ਮੈਂ ਰਿਡਿਊਸ ਕਰਕੇ ਇੱਕ ਛੋਟਾ ਟਾਈਮ ਗੈਪ ਬਣਾ ਦਿੱਤਾ। यस सर। ਇਨ ਦਾ ਸਿਮਿਲਰ ਵੇ ਉਹੀ ਚੀਜ਼ ਆਪਾਂ ਇੱਥੇ ਲਗਾਣੀ ਹੋਵੇ ਤਾਂ ਅਸੀਂ ਕਹਿੰਦੇ ਜੀ ਜਿਹੜਾ ਆ ਤੁਸੀਂ ਸਾਰਾ ਕਨਸੈਪਟ ਲੈ ਰਹੇ ਹੋ, ਇਸ ਕਨਸੈਪਟ ਦੇ ਅੰਦਰ ਕੰਡੀਸ਼ਨ ਹੈ ਕਿ ਵੀ ਦਿਸ ਇਜ਼ ਟੂ ਬੀ ਐਪਲੀਕੇਬਲ ਫॉर ਅ ਵੈਰੀ ਸ਼ਾਰਟ ਟਾਈਮ ਇੰਟਰਵਲ। ਤੇ ਜੇ ਮੈਂ ਬਹੁਤ ਸ਼ਾਰਟ ਟਾਈਮ ਇੰਟਰਵਲ ਦੇ ਅੰਦਰ ਸਾਰੀ ਚੀਜ਼ ਪੜ੍ਹਨੀ ਆ ਤੇ ਉਹ ਆਲਮੋਸਟ ਜਿਹੜੀ ਉਹ ਐਵਰੇਜ ਵੈਲਿਊ ਸੀ ਉਹ ਇਨਸਟੈਂਟੇਨੀਅਸ ਵੈਲਿਊ ਚ ਕਨਵਰਟ ਹੋ ਜਾਂਦੀ। ਮਾਨਿਆ ਆ ਵਰਡ ਸਮਝ ਲਗੇ ਜੋ ਮੈਂ ਬੋਲ ਰਿਹਾ? यस सर। ਜਦੋਂ ਪੁੱਤ ਲਾਰਜ ਚੇਂਜ ਨੂੰ ਅਸੀਂ ਸ਼ਾਰਟ ਚ ਲੈ ਕੇ ਜਾਣਾ ਤਾਂ ਅਸੀਂ ਕਹਿੰਦੇ ਜੀ ਲਾਰਜ ਚੇਂਜ ਮੰਨ ਲਓ ਐਵਰੇਜ ਦਿੰਦਾ ਤੇ ਸ਼ਾਰਟ ਚੇਂਜ ਜਿਹੜੀ ਉਹ ਇਨਸਟੈਂਟੇਨੀਅਸ ਵੈਲਿਊ ਆ, ਉਹਦੇ ਲਈ ਅਸੀਂ ਕੀ ਕੀਤਾ ਕਿ ਇਸ ਟਾਈਮ ਇੰਟਰਵਲ ਦੇ ਅੰਦਰ ਜਿਹਦੇ ਵਿੱਚ ਸਾਰੀ ਵੈਲਿਊ ਨੋਟ ਕਰਦੇ ਪਏ, ਉਹ ਕਹਿੰਦਾ ਵੀ ਬਹੁਤ ਛੋਟਾ ਕਰ ਦਿਓ ਟਾਈਮ ਇੰਟਰਵਲ। ਤੇ ਜੇ ਮੈਂ ਇਸ ਟਾਈਮ ਇੰਟਰਵਲ ਨੂੰ ਰਿਡਿਊਸ ਕਰਨਾ ਤਾਂ ਅਸੀਂ ਇੱਥੇ ਲਿਮਿਟ ਲਗਾਤੀ, ਲਿਮਿਟ ਡੈਲਟਾ ਟੀ ਅਪਰੋਚ ਟੂ 0। ਅਸੀਂ ਡੈਲਟਾ ਟੀ ਇਕੁਅਲ ਟੂ 0 ਨਹੀਂ ਲਿਖ ਸਕਦੇ, ਟਾਈਮ ਇੰਟਰਵਲ ਹੋਏਗਾ ਹੀ ਨਹੀਂ। ਉਹਦਾ ਮਤਲਬ ਤੇ ਹੋਇਆ ਪਾਰਟੀਕਲ A ਤੇ ਸੀਗਾ, A ਤੋਂ ਤੁਰਿਆ ਹੀ ਨਹੀਂ, ਤੇ ਜੇ ਤੁਰਿਆ ਹੀ ਨਹੀਂ ਤੇ ਨਾ ਉਹਦੀ ਲੀਨੀਅਰ ਤੇ ਨਾ ਉਹਦੀ ਐਂਗੂਲਰ ਵੈਲੋਸਿਟੀ ਆ। ਤੇ ਜੇ ਪਾਰਟੀਕਲ ਮੇਰਾ ਸ਼ਿਫਟ ਹੋਇਆ, ਆਲਦੋ ਉਹ ਟਾਈਮ ਇੰਟਰਵਲ ਬਹੁਤ ਸ਼ਾਰਟ ਆ ਜਿਸ 'ਚ ਉਹਦੀ ਸ਼ਿਫਟਿੰਗ ਨੋਟ ਕਰ ਰਿਹਾ, ਇਸ ਲਈ ਫਿਰ ਉਹ ਸ਼ਾਰਟ ਟਾਈਮ ਇੰਟਰਵਲ ਨੂੰ ਸ਼ੋ ਕਰਨ ਲਈ ਅਸੀਂ ਇਸ ਲਾਰਜ ਟਾਈਮ ਇੰਟਰਵਲ ਤੇ ਲਿਮਿਟ ਲਗਾਉਣ ਲੱਗੇ ਕਿ ਵੀ ਇਹ ਟਾਈਮ ਦਾ ਗੈਪ ਜਿਹੜਾ ਤੁਸੀਂ ਲੈਣ ਲੱਗੇ ਜਿਸ 'ਚ ਸਾਰਾ ਕੁਝ ਨੋਟ ਕਰਦੇ ਪਏ ਨਾ ਉਹ ਆਲਮੋਸਟ 0 ਸੈਕਿੰਡ ਦੇ ਆਸ-ਪਾਸ ਹੋਵੇ। ਇਸ ਲਈ ਅਸੀਂ ਲਿਖ ਦਿੱਤਾ ਲਿਮਿਟ ਡੈਲਟਾ ਟੀ ਅਪਰੋਚ ਟੂ ਜਾਂ ਟੈਂਡਸ ਟੂ 0। ਇਸ ਟਾਈਮ ਇੰਟਰਵਲ ਦੇ ਅੰਦਰ ਡੈਲਟਾ ਐਲ ਬਾਈ ਡੈਲਟਾ ਟੀ ਦੀ ਵੈਲਿਊ ਕੱਢੋ ਤੇ ਫਿਰ ਜਦੋਂ ਇਸ ਡੈਲਟਾ ਐਲ ਬਾਈ ਡੈਲਟਾ ਟੀ ਦੀ ਵੈਲਿਊ ਇਸ ਸ਼ਾਰਟ ਟਾਈਮ 'ਚ ਕੱਢਣੀ ਆ ਤੇ ਇਹਨੂੰ ਬੇਟਾ ਆਪਾਂ ਸ਼ਾਰਟ ਦੇ ਵਿੱਚ ਡੀ ਐਲ ਬਾਈ ਡੀ ਟੀ ਲਿਖ ਸਕਦੇ ਹਾਂ। ਗੱਲ ਸਮਝ ਲੱਗੀ? यस सर। यस सर। ਜਿਹੜਾ ਝੂਠ ਕਵੇ ਉਹਨੂੰ ਆਵੇ ਹੀ ਨਾ ਕਦੀ ਸਮਝ। ਸਮਝ ਲੱਗੀ? Yes, sir. हाँ जी Yes. सर। So, ਆਵਾਜ਼ ਆਣੀ ਚਾਹੀਦੀ ਆ। ਨਾਮ ਬੋਲਾ ਜੇ ਕਿਹੜੇ ਕਿਹੜੇ ਨਹੀਂ ਬੋਲੇ। यस सर। ਚਲੋ ਕਲੀਅਰ ਹੈ ਨੀ ਗੱਲ? ਗੁਰਕੀਰਤ ਸਿੰਘ ਕਲੀਅਰ ਆ? Yes sir. ਤੂੰ ਹੁਣ ਬੋਲਿਆ, ਉਦੋਂ ਤਾਂ ਬੋਲਿਆ ਹੀ ਨਹੀਂ ਹੋ। ਗੁਰਲੀਨ ਕਲੀਅਰ ਆ? yes, sir. ਚਲੋ ਕਿਸੇ ਨੂੰ ਡਾਊਟ ਹੈਗਾ ਕਿ ਟੌਪਿਕ ਕਲੀਅਰ ਆ ਬੱਚੇ? क्लियर है सर। Yes sir. Clear है sir. Clear. ਨੈਕਸਟ ਬੇਟਾ ਇਸ ਤੋਂ ਬਾਅਦ ਜਿਹੜਾ ਨੈਕਸਟ ਟੌਪਿਕ ਆ ਇਹਦੇ ਨਾਲ ਹੀ ਅਗਲਾ ਟੌਪਿਕ ਪਤਾ ਇਹ ਸੀਗਾ ਰਿਲੇਸ਼ਨ ਬਿਟਵੀਨ ਲੀਨੀਅਰ ਐਂਡ ਐਂਗੂਲਰ ਵੈਲੋਸਿਟੀ। ਨੈਕਸਟ ਹੈਗਾ ਰਿਲੇਸ਼ਨ ਬਿਟਵੀਨ ਲੀਨੀਅਰ ਐਂਡ ਐਂਗੂਲਰ ਐਕਸਲਰੇਸ਼ਨ। ਠੀਕ ਹੈ, 2 ਲਾਈਨਾਂ ਦਾ ਟੌਪਿਕ ਆ, ਛੋਟਾ ਜਿਹਾ, ਸਮਝਿਓ ਧਿਆਨ ਨਾਲ। ਹਾਂਜੀ ਟੌਪਿਕ ਹੈਗਾ ਤੁਹਾਡੇ ਕੋਲ ਰਿਲੇਸ਼ਨ ਬਿਟਵੀਨ ਲੀਨੀਅਰ ਐਂਡ ਐਂਗੂਲਰ ਐਕਸਲਰੇਸ਼ਨ। ਹੁਣ ਇਹਦਾ ਸਟਾਰਟ ਕਿੱਥੋਂ ਲੈਣਾ? ਬਿਲਕੁਲ ਸੌਖਾ ਜਿਹਾ ਰਿਲੇਸ਼ਨ ਆ, ਲੀਨੀਅਰ ਤੇ ਐਂਗੂਲਰ ਐਕਸਲਰੇਸ਼ਨ। ਲੀਨੀਅਰ ਐਕਸਲਰੇਸ਼ਨ ਅਸੀਂ a ਨਾਲ ਲਿਖ ਰਹੇ ਸੀ,
ਐਂਗੂਲਰ ਐਕਸਲਰੇਸ਼ਨ ਦਾ ਕੀ ਸਿੰਬਲ ਰੱਖਿਆ ਸੀ ਹੁਣੀ ਆਪਾਂ? ਕਿੰਨੇ ਜਾਣੇ ਹੋ? ਤੁਹਾਨੂੰ ਪੁੱਛਿਆ ਸਾਰਿਆਂ ਨੂੰ, ਐਂਗੂਲਰ ਐਕਸਲਰੇਸ਼ਨ ਦਾ ਸਿੰਬਲ ਕੀ ਸੀ? ਓਏ ਮੇਰੀ ਆਵਾਜ਼ ਆ ਰਹੀ ਆ? ਹਾਂਜੀ ਆਵਾਜ਼ ਆ ਰਹੀ बेटा? Yes, sir. Yes, sir. sir. शुक्ला माइक बंद रखा करो। Yes, sir. पता लग गया ना क्यों? Yes, sir. चलो एंगुलर एक्सेलरेशन का की सिंबल सी? alpha. अल्फा। Alpha. लीनियर ते एंगुलर एक्सेलरेशन यानी ए ते अल्फा ਦਾ ਰਿਲੇਸ਼ਨ ਬਿਟ ਦੇਣਾ ਆਪਾਂ ਬੇਟਾ। ਸਟਾਰਟ ਇਹਨੂੰ ਕਰੀਏ ਪੁੱਤ, ਤੇ ਜਿਹੜਾ ਹੁਣੀ ਟੌਪਿਕ ਆਪਾਂ ਡਰਾਈਵ ਕੀਤਾ ਰਿਲੇਸ਼ਨ ਬਿਟਵੀਨ ਲੀਨੀਅਰ ਐਂਡ ਐਂਗੂਲਰ ਵੈਲੋਸਿਟੀ, ਉਹ ਤੋਂ ਸਟਾਰਟ ਹੋਏਗਾ। we know that v equal to r omega। ਜੇ ਮੇਰੇ ਕੋਲ v ਹੋਵੇ ਤੇ ਐਕਸਲਰੇਸ਼ਨ ਚਾਹੀਦੀ ਹੋਵੇ, ਕਿਹਦਾ ਕੱਢਾਂਗੇ? ਕੀ ਰਿਲੇਸ਼ਨ ਆ v ਤੇ a ਦਾ? Divide by t. ਡਿਵਾਈਡ ਬਾਈ T. t। ਚਲੋ ਪ੍ਰੋਪਰ ਬੋਲਣਾ Delta ਆਪਾਂ ਪੜਿਆ ਸੀ ਬੇਟੇ, we know that acceleration ਜਿਹੜੀ ਹੁੰਦੀ ਲੀਨੀਅਰ, ਇਹਨੂੰ ਅਸੀਂ dv by dt ਪੜ੍ਹਦੇ ਆ, ਠੀਕ ਹੈ ਜੀ। ਔਰ ਐਕਸਲਰੇਸ਼ਨ ਜਿਹੜੀ ਐਂਗੂਲਰ ਹੋਏਗੀ, ਇਹਨੂੰ ਅਸੀਂ d omega by dt ਲਿਖ ਸਕਦੇ ਜੀ। ਹੁਣੇ ਆਪਾਂ ਪਿੱਛੇ ਕਰਕੇ ਹਟੇ ਟੌਪਿਕ, ਉੱਥੇ ਆਪਾਂ ਇਹਨੂੰ ਡੈਲਟਾ v by ਡੈਲਟਾ t ਤੇ ਇਹਨੂੰ ਡੈਲਟਾ omega by ਡੈਲਟਾ t ਲਿਖਿਆ ਸੀ, ਕਿਉਂਕਿ ਸ਼ਾਰਟ ਟਾਈਮ ਇੰਟਰਵਲ ਦੇ ਅੰਦਰ ਅਸੀਂ ਆ ਰਿਲੇਸ਼ਨ ਹੁਣੀ ਐਸਟੈਬਲਿਸ਼ ਕੀਤਾ, ਤੇ ਸ਼ਾਰਟ ਟਾਈਮ ਦੇ ਅੰਦਰ ਡੈਲਟਾ ਜਿਹੜਾ ਹੋਏਗਾ ਉਹ d ਚ ਕਨਵਰਟ ਹੋ ਜਾਂਦਾ। Yes, sir. Yes, sir. Yes, sir. ਥੋੜਾ ਜਿਹਾ ਐਕਟਿਵ ਹੋ ਕੇ ਸਮਝ ਲੱਗਦੀ ਪਈ ਇੰਨੀ ਗੱਲ? Yes, sir. Yes, sir. Yes, sir. ਇਹੀ ਚੀਜ਼ ਇੱਥੋਂ ਜੇ ਬਣਾਣੀ ਹੈ ਬੇਟਾ, ਤੇ ਇੱਥੇ ਇਕੁਏਸ਼ਨ 1 ਨੂੰ ਡਿਫਰੈਂਸ਼ੀਏਟ ਕਰ ਦੋ। ਡਿਫਰੈਂਸ਼ੀਏਟ ਇਕੁਏਸ਼ਨ 1 ਵਿਦ ਰਿਸਪੈਕਟ ਟੂ ਟਾਈਮ। ਟਾਈਮ ਦੇ ਨਾਲ ਜੇ ਮੈਂ ਡਿਫਰੈਂਸ਼ੀਏਟ ਕਰਾਂ ਤੇ देयरफॉर d by dt of v ਇਕੁਅਲ ਟੂ ਆ ਜਾਏਗਾ d by dt of r into omega। r ਕੀ ਸੀਗਾ ਜੀ ਮੇਰਾ? Radius. रेडियस ऑफ सर्कल। तो सर्कल का रेडियस कांस्टेंट होगा कि वेरिएबल? Yes, sir. Constant. Constant. कांस्टेंट। ते कांस्टेंट डिफरेंशिएशन चो Yes, sir. बाहर चलदा, यानी r ए तो बाहर आ गया, ते इथे टर्म d ओमेगा बाय dt आ गई। Yes, Yes, sir. sir. ਆਪਾਂ ਡਿਫਾਈਨ ਕੀਤਾ ਹੈ d ओमेगा बाय dt ਨੂੰ ਅਸੀਂ ਐਸ ਸੱਚ ਅਲਫਾ ਤੇ dv by dt ਨੂੰ ਅਸੀਂ a ਲਿਖ ਸਕਦੇ। देयरफॉर ਆਪਣੇ ਕੋਲ ਨੈਕਸਟ ਲਾਈਨ ਚ ਰਿਲੇਸ਼ਨ ਆ ਜਾਏਗਾ a equal to r into alpha। ਆ ਥੋੜਾ ਲੀਨੀਅਰ ਤੇ ਐਂਗੂਲਰ ਐਕਸਲਰੇਸ਼ਨ ਦਾ ਰਿਲੇਸ਼ਨ ਆ ਜਾਣਾ। ਸਿਰਫ ਲੀਨੀਅਰ ਤੇ ਐਂਗੂਲਰ ਵੈਲੋਸਿਟੀ ਦਾ ਰਿਲੇਸ਼ਨ ਪਤਾ ਹੋਵੇ, ਉਹਦੀ ਇੱਕ ਲਾਈਨ ਚ ਡਿਫਰੈਂਸ਼ੀਏਸ਼ਨ ਕਰ ਦੋ ਤੇ ਇਹ ਰਿਲੇਸ਼ਨ ਬਣ ਜਾਂਦਾ। ਕਿਆ ਇੰਨਾ ਸਮਝ ਲੱਗਿਆ? Yes, sir. Yes, sir. Yes, sir. ਚਲੋ ਨੈਕਸਟ ਜਿਹੜਾ ਹੁਣ ਉਸੇ ਵਰਡ ਤੇ ਵਾਪਸ ਚੱਲਿਆ, ਆਪਣਾ ਟੌਪਿਕ ਸੀਗਾ ਯੂਨੀਫਾਰਮ ਸਰਕੂਲਰ ਮੋਸ਼ਨ। यूनिफॉर्म सर्कुलर मोशन। यूनिफॉर्म सर्कुलर मोशन ਦੇ ਵਿੱਚ ਆਪਣੇ ਕੋਲ ਕੁਝ ਇੱਕ ਉਹਨੇ ਟਰਮਸ ਦੇ ਦਿੱਤੀਆਂ ਦੁਬਾਰਾ ਤੋਂ। ਪਹਿਲਾ ਵਰਡ ਤੇ ਇਹੀ ਹੈ ਕਿ यूनिफॉर्म सर्कुलर मोशन ਡਿਫਾਈਨ ਕਰੋ ਕੀ ਹੋਏਗਾ। if an object will cover equal distance in equal interval of time on a circular path। ਨਾਰਮਲੀ ਅਸੀਂ यूनिफॉर्म मोशन ਵਾਲੀ ਟਰਮ ਪੜ੍ਹੀ ਵਿੱਚ ਸਰਕੂਲਰ ਵਰਡ ਐਡ ਹੋਇਆ ਵਾ। ਉਹ ਜਿਵੇਂ ਕਹਿੰਦੇ ਸੀ body will cover equal distance in equal interval of time on a straight line path। ਤੇ ਜਦੋਂ body straight line path ਤੇ move ਕਰਦੀ ਆ, ਉਦੋਂ ਮੇਰੇ ਕੋਲ ਕੀ ਹੁੰਦਾ, ਨਾ ਤਾਂ ਅਸੀਂ ਕਹਿੰਦੇ ਉਹਦੀ ਸਪੀਡ ਬਦਲਦੀ ਪਈ ਆ ਤੇ ਨਾ ਹੀ ਉਹਦੀ straight line path ਤੇ ਡਾਇਰੈਕਸ਼ਨ ਬਦਲ। ਇਸ ਲਈ straight line path ਤੇ ਜੇ uniform motion ਹੋਏਗੀ ਉਹ non accelerated ਹੁੰਦੀ ਹੈ ਬੇਟਾ, ਕਿਉਂਕਿ ਸਟ੍ਰੇਟ ਲਾਈਨ ਪਾਥ ਤੇ ਨਾ ਤਾਂ ਉਹਦੀ ਸਪੀਡ ਬਦਲਦੀ ਪਈ ਤੇ ਨਾ ਹੀ ਉਹਦੀ ਸਟ੍ਰੇਟ ਲਾਈਨ ਪਾਥ ਤੇ ਡਾਇਰੈਕਸ਼ਨ ਚੇਂਜ ਹੋ ਰਹੀ। if there is no change in speed or direction, it means motion is non accelerated। Yes, sir. but if the same uniform motion is to be taken on a circular path, if same uniform motion is taken on a circular path, ठीक है, then we use the word कि body will cover equal distance in equal interval of time on a circular path, ठीक है, but motion should be an accelerated motion। ਤੇ ਜਿਹੜੀ ਗੱਲ ਤੋਂ ਆਪਾਂ ਚੈਪਟਰ ਟੌਪਿਕ ਸ਼ੁਰੂ ਕੀਤਾ ਸੀ ਉਦੋਂ ਇਹੀ ਵਰਡ ਲਿੱਤੇ ਸੀਗੇ ਕਿ ਜੇ ਬੋਡੀ ਸਟ੍ਰੇਟ ਲਾਈਨ ਪਾਥ ਤੇ ਮੂਵ ਕਰਦੀ ਪਈ ਯੂਨੀਫਾਰਮ ਮੋਸ਼ਨ ਚ,
ਉਹ ਨॉन ਐਕਸਲਰੇਟਿਡ ਆ। ਪਰ ਜੇ ਬੋਡੀਜ਼ ਯੂਨੀਫਾਰਮ ਸਰਕੂਲਰ ਮੋਸ਼ਨ ਚ ਆ ਬੇਟਾ ਤੇ ਫਿਰ ਉਦੋਂ ਐਸ ਸੱਚ ਯੂਨੀਫਾਰਮ ਸਰਕੂਲਰ ਮੋਸ਼ਨ ਜਿਹੜੀ ਉਹ ਮੇਰੀ ਐਕਸਲਰੇਟਿਡ ਮੋਸ਼ਨ ਹੋਏਗੀ। क्या इन्नी गल समझ लगी? Yes, sir. Yes, sir. Yes, sir. ਹੁਣ ਤੇ ਜਿਹੜੀ ਯੂਨੀਫਾਰਮ ਸਰਕੂਲਰ ਮੋਸ਼ਨ ਆ ਬੇਟਾ ਜੇ ਤੁਸੀਂ ਡਿਫਾਈਨ ਕਰਦੇ ਪਏ ਕਿ ਜਦੋਂ ਬੋਡੀ ਆ ਸਰਕੂਲਰ ਪਾਥ ਤੇ ਮੂਵ ਕਰਦੀ ਪਈ ਇਹਦੀ ਕਿਸੇ ਵੀ ਪੁਆਇੰਟ ਤੇ ਜੇ ਮੈਂ ਵੈਲੋਸਿਟੀ ਕੱਢਾਂ A ਪੁਆਇੰਟ ਤੇ ਇਹਦੀ ਵੈਲੋਸਿਟੀ ਕੱਢਾਂ v1 ਆ ਗਈ, ਇੱਥੇ B ਪੁਆਇੰਟ ਤੇ ਇਹਦੀ ਵੈਲੋਸਿਟੀ ਲਿਖਾਂ ਤੇ v2 ਆ ਗਈ, ਠੀਕ ਹੈ ਜੀ। ਕਿਸੇ ਹੋਰ ਪੁਆਇੰਟ ਤੇ ਇਹਦੀ ਵੈਲੋਸਿਟੀ ਲਿਖ ਦਵਾਂ ਤੇ ਇੱਥੇ ਉਹਦੀ ਵੈਲੋਸਿਟੀ v3 ਆ ਗਈ। ਵੈਲੋਸਿਟੀ ਵੈਕਟਰ ਜਿਹੜੇ ਨੇ ਉਹ ਡਾਇਰੈਕਸ਼ਨ ਕਰਕੇ ਚੇਂਜ ਦਿਖਾਉਂਦੇ ਪਏ ਬਟ ਮੈਗਨੀਟਿਊਡ ਐਟ ਐਵਰੀ ਇਨਸਟੈਂਟ ਰਿਮੇਨ ਸੇਮ। ਇਹਦਾ ਮਤਲਬ ਆਪਣੇ ਇਸ ਕੇਸ ਦੇ ਅੰਦਰ v1 ਵੈਕਟਰ ਇਹਦਾ ਮੋਡੂਲਸ, v2 ਵੈਕਟਰ ਇਹਦਾ ਮੋਡੂਲਸ, v3 ਵੈਕਟਰ ਉਹਦੇ ਮੋਡੂਲਸ ਵੈਲਿਊ ਇਹ ਸਾਰੇ ਜਿਹੜੇ ਨੇ ਉਹ ਕਾਂਸਟੈਂਟ ਵੈਲੋਸਿਟੀ ਆਪਣੀ ਕਾਂਸਟੈਂਟ ਸਪੀਡ ਮੇਨਟੇਨ ਕਰੋਗੇ। Yes, sir. Yes, sir. but only due to change in direction कहना जी we said this motion is an accelerated। अगला वर्ड हम सुनो ठीक है उन्ना अगला टॉपिक बनना कहना जी acceleration produced in a body while moving on a circular path is called as an centripetal acceleration। अपना नेक्स्ट टॉपिक जी डेरिवेशन बननी पेपर के पॉइंट ऑफ व्यू ना इंपॉर्टेंट होएगी उन्होंने सी नाम देने एक्सप्रेशन फॉर सेंट्रीपिटल एक्सेलरेशन। वो कहना बच्चे सेंट्रीपिटल एक्सेलरेशन केड़ी हुंदी कहना जी when the body is moving on a circular path at every instant its velocity will going on changing and due to change in velocity there is an accelerated motion and acceleration produced in a body on a circular path ठीक है is called as the centripetal acceleration and direction of centripetal acceleration is always acting towards the center of circle। जे बॉडी मेरी A पॉइंट ते होएगी ये हजे टॉपिक बनाना आप आगे जाके पहले जनरल दी इंट्रोडक्शन दे रहे हैं ठीक है जी। आ मेरा O पॉइंट आ गया ते जदों पार्टिकल A पॉइंट ते आ ओदी सेंट्रीपिटल एक्सेलरेशन टुवर्ड्स द सेंटर होएगी। जदों बॉडी तोड़ी B पॉइंट ते आई उदों भी ओदी एक्सेलरेशन टुवर्ड्स द सेंटर होएगी। C पॉइंट ते आई उदों भी एक्सेलरेशन जेडी है वो टुवर्ड्स द सेंटर होएगी। ਇਹ ਮਤਲਬ ਜਦੋਂ ਵੀ ਬੋਡੀ ਸਰਕੂਲਰ ਪਾਥ ਤੇ ਮੂਵ ਕਰਨੀ ਆ ਤੇ ਉਹਦੀ ਐਕਸਲਰੇਸ਼ਨ ਦੀ ਵੈਲਿਊ ਵੀ ਕਾਂਸਟੈਂਟ ਆ। ਉਹ ਤਾਂ ਆਪਾਂ ਸੈਂਟਰੀਪੀਟਲ ਐਕਸਲਰੇਸ਼ਨ ਦੀ ਡੈਰੀਵੇਸ਼ਨ ਕਰਾਂਗੇ ਇਸ ਤੋਂ ਬਾਅਦ ਜਾ ਕੇ ਠੀਕ ਹੈ। ਉਹਦਾ ਰਿਜ਼ਲਟ ਜਿਹੜਾ ਹੋਏਗਾ ਉਹ ਆ ਆਣਾ। ਮੈਂ ਪਹਿਲਾਂ ਜਨਰਲ ਥਿਊਰੀ ਇੱਕ ਵਾਰੀ ਤੁਹਾਨੂੰ ਐਕਸਪਲੇਨ ਕਰ ਦਵਾਂ ਠੀਕ ਹੈ। ਉਹਦਾ ਫਾਰਮੂਲਾ ਸੈਂਟਰੀਪੀਟਲ ਐਕਸਲਰੇਸ਼ਨ ਦਾ v²/r ਆਊਗਾ। ਜੇ ਮੈਂ v ਦੀ ਥਾਂ ਤੇ r ਓਮੇਗਾ ਭਰ ਲਿਆ ਜਿਹੜਾ ਆਪਾਂ ਹੁਣੇ ਟੌਪਿਕ ਕੀਤਾ ਰਿਲੇਸ਼ਨ ਬਿਟਵੀਨ ਲੀਨੀਅਰ ਐਂਡ ਐਂਗੂਲਰ ਵੈਲੋਸਿਟੀ फिर ਇਹਦਾ ਫਾਰਮੂਲਾ ਬਣ ਜਾਂਦਾ r ਓਮੇਗਾ ਸਕੁਅਰ। ਇਹਨਾਂ ਦੋਨਾਂ ਵਿੱਚੋਂ ਕੋਈ ਵੀ ਫਾਰਮੂਲਾ ਹੋਵੇ ਉਹਦੇ ਅਕੋਰਡਿੰਗਲੀ ਸੈਂਟਰੀਪੀਟਲ ਐਕਸਲਰੇਸ਼ਨ ਦੀ ਵੈਲਿਊ ਨਹੀਂ ਚੇਂਜ ਹੋਏਗੀ। ਸੈਂਟਰੀਪੀਟਲ ਐਕਸਲਰੇਸ਼ਨ ਦੀ ਵੈਲਿਊ ਨਹੀਂ ਚੇਂਜ ਹੋਏਗੀ ਬਟ ਐਵਰੀ ਇਨਸਟੈਂਟ ਇਟਸ ਡਾਇਰੈਕਸ਼ਨ ਜਿਹੜੀ that will be going on change because acceleration ਹਮੇਸ਼ਾ towards the center ਆ ਤੇ ਹਰ ਪੁਆਇੰਟ ਤੇ towards the center ਜਿਹੜਾ ਵਾ ਉਹ ਡਾਇਰੈਕਸ਼ਨ ਬਦਲਦੀ ਜਾ ਰਹੀ। ਇੰਨੀ ਗੱਲ ਸਮਝ ਲੱਗੀ? Yes, sir. ਹੁਣ ਇਹਦੇ ਨਾਲ ਉਹਨੇ ਕੁਝ ਇੱਕ ਟਰਮ ਹੋਰ ਦਿੱਤੀਆਂ ਜਿਵੇਂ ਉਹਨੇ ਇੱਕ ਟਰਮ ਦਿੱਤੀ ਤੁਹਾਡੇ ਕੋਲ ਐਸਐਚ ਟਾਈਮ ਪੀਰੀਅਡ ਕੀ ਹੁੰਦਾ ਠੀਕ ਹੈ। ਫਿਰ ਇੱਕ ਟਰਮ ਉਹਨੇ ਦੇ ਦਿੱਤੀ ਤੁਹਾਡੇ ਕੋਲ ਜਿਹੜੀ ਕਹਿੰਦਾ ਜੀ ਐਸਐਚ ਫ੍ਰੀਕੁਐਂਸੀ ਕੀ ਹੁੰਦੀ। ਇੱਕ ਉਹਨੇ ਦਿੱਤਾ ਰਿਲੇਸ਼ਨ ਬਿਟਵੀਨ ਐਂਗੂਲਰ ਵੈਲੋਸਿਟੀ ਐਂਡ ਦਾ ਟਾਈਮ ਪੀਰੀਅਡ ਠੀਕ ਹੈ। ਇਹ ਛੋਟੀਆਂ ਛੋਟੀਆਂ ਟਰਮਸ ਨੇ ਜਿਵੇਂ ਟਾਈਮ ਪੀਰੀਅਡ ਡਿਫਾਈਨ ਕਰੀਏ ਟਾਈਮ ਪੀਰੀਅਡ ਦੀ ਕੀ ਡੈਫੀਨੇਸ਼ਨ ਆ ਜਾਊ यार सौखी जी चीज पूछी है Time taken by object to complete one revolution। वेरी गुड बिल्कुल ठीक। टाइम टेकन टू कंप्लीट वन रेवोल्यूशन ठीक है जी। टाइम टेकन टू कंप्लीट करना वन सर्कुलर पाथ है ना दैट टाइम पीरियड टू कंप्लीट वन ऑसिलेशन। उते किसी भी एक ऑसिलेशन एक वाइब्रेशन एक रेवोल्यूशन इनू कंप्लीट करने ਲਈ जिन्ना टाइम लगदा ਉਹਨੂੰ टाइम पीरियड कहांगे। Yes, sir. Yes, sir. ਤੇ ਇਹਦੀ ਇੱਕ ਸੈਕਿੰਡ ਟਰਮ ਆ ਜਾਏਗੀ। ਇਹ ਸਿਰਫ ਮੂੰਹ ਜਾਨੀ ਦੀਆਂ ਟਰਮਸ ਨੇ ਇਸ ਲਈ ਕੋਈ ਬਹੁਤੀ ਇਹਦੀ ਇੱਥੇ ਡੈਫੀਨੇਸ਼ਨ ਨਹੀਂ ਲਿਖਾਂਗਾ। ਫ੍ਰੀਕੁਐਂਸੀ ਫ੍ਰੀਕੁਐਂਸੀ ਅਸੀਂ ਕਹਿੰਦੇ ਨੇ ਨੰਬਰ ਆਫ ਰੈਵੋਲੂਸ਼ਨਸ ਕੰਪਲੀਟਡ ਇਨ 1 ਸੈਕਿੰਡ ਠੀਕ ਹੈ। ਕਿੰਨੀਆਂ ਰੈਵੋਲੂਸ਼ਨ ਪਰ ਸੈਕਿੰਡ ਕੰਪਲੀਟ ਹੁੰਦੀਆਂ ਪਈਆਂ ਠੀਕ ਹੈ। ਤੁਹਾਡੇ ਕਾਰ ਦੇ ਅੰਦਰ ਐਸਐਚ ਇੱਕ ਮੀਟਰ ਲੱਗਿਆ ਹੁੰਦਾ ਜਿਹਨੂੰ ਆਰਪੀਐਮ ਅਸੀਂ ਲਿਖਦੇ ਹਾਂ। ਉਹਦਾ ਮਤਲਬ ਆ ਕਿੰਨੀਆਂ ਰੈਵੋਲੂਸ਼ਨ ਪਰ ਮਿੰਟ ਤੁਹਾਡਾ ਜਿਹੜਾ ਟਾਇਰ ਹੈਗਾ ਉਹ ਕਰਦਾ ਪਿਆ। ਉਹ ਮੇਰੇ ਐਸਐਚ ਡਿਵਾਈਸ ਉਹਦੀ ਕਾਰ ਦੀ ਕਹਿੰਦਾ ਜੀ ਟਾਇਰਾਂ ਦੀ ਫ੍ਰੀਕੁਐਂਸੀ ਡਿਫਾਈਨ ਕਰਦਾ
ਹੁਣ ਫ੍ਰੀਕੁਐਂਸੀ ਤੇ ਟਾਈਮ ਪੀਰੀਅਡ ਜੇ ਦੋਨਾਂ ਨੂੰ ਲੈ ਕੇ ਚੱਲੀਏ, ਫ੍ਰੀਕੁਐਂਸੀ ਨੂੰ ਅਸੀਂ ਨਿਊ ਨਾਲ ਲਿਖਦੇ, ਫ੍ਰੀਕੁਐਂਸੀ ਨੂੰ ਅਸੀਂ ਨਿਊ ਨਾਲ ਤੇ ਟਾਈਮ ਪੀਰੀਅਡ ਨੂੰ ਅਸੀਂ ਟੀ ਨਾਲ ਲਿਖਦੇ ਪਏ। ਟਾਈਮ ਪੀਰੀਅਡ ਮੇਰਾ ਸੈਕਿੰਡ ਆ, SI ਯੂਨਿਟ ਦਾ, ਫ੍ਰੀਕੁਐਂਸੀ ਦਾ SI ਯੂਨਿਟ ਜਿਹੜਾ ਉਹ ਹਰਟਜ਼ ਆ ਜਾਏਗਾ, ਯਾਨੀ ਫ੍ਰੀਕੁਐਂਸੀ ਨੂੰ ਅਸੀਂ ਮੈਜ਼ਰ ਕਰੀਏ ਉਹ ਹਰਟਜ਼ ਦੇ ਵਿੱਚ ਆ ਜਾਂਦੀ। ਇਹ ਬੱਚੇ 9th ਵਿੱਚ ਪੜੀਆਂ ਟਰਮਾਂ, ਇਸ ਲਈ ਥੋੜੀ ਜਲਦੀ ਖਤਮ ਕਰ ਦਾਂਗਾ। ਫ੍ਰੀਕੁਐਂਸੀ ਮੇਰੀ ਹਰਟਜ਼ 'ਚ ਆ ਜਾਏਗੀ ਤੇ ਟਾਈਮ ਪੀਰੀਅਡ ਤੁਹਾਡੇ ਕੋਲ ਜਿਹੜਾ SH ਅਸੀਂ ਸੈਕਿੰਡ 'ਚ ਡਿਫਾਈਨ ਕਰ ਦਿੰਦੇ। ਇੰਨੀ ਗੱਲ ਸਮਝ ਲੱਗੀ? Yes, sir. ਫ੍ਰੀਕੁਐਂਸੀ ਦੇ ਕੁਝ ਹੋਰ ਯੂਨਿਟ ਅਸੀਂ ਲਿਖਦੇ ਹਾਂ, ਇਹਦੀ ਥਾਂ ਤੇ ਅਸੀਂ ਇਹਨੂੰ RPS, RPM, CPS, ਇਹਨਾਂ ਚੋਂ ਕੋਈ ਵਰਡ ਹੋ ਸਕਦਾ। रेवोल्यूशन पर सेकंड, रेवोल्यूशन पर मिनट या साइकिल पर सेकंड। ठीक है, किन्ने साइकिल पर सेकंड कवर होए आ, किन्नियां रेवोल्यूशन पर मिनट या पर सेकंड कवर होईयां, इन्हां चों कोई भी यूनिट जेड़ा वो फ्रीक्वेंसी ਲਈ यूज होएगा। क्लियर इन्नी गल? Yes, sir. Yes. Yes, sir. ਤੇ ਟਾਈਮ ਪੀਰੀਅਡ ਆਪਸ ਵਿੱਚ ਕਿਦਾਂ ਲਿੰਕ ਹੋਊਗੇ? time period is equal to 1/1 frequency. ਬਿਲਕੁਲ, ਯਾਨੀ ਫ੍ਰੀਕੁਐਂਸੀ ਤੇ ਟਾਈਮ ਪੀਰੀਅਡ ਆਪਸ ਵਿੱਚ ਰੈਸਿਪਰੋਕਲ ਆ ਜਾਣੇ। ਇਹਦਾ ਮਤਲਬ ਆਪਣੇ ਕੋਲੇ ਆ ਜਾਏਗਾ ਫ੍ਰੀਕੁਐਂਸੀ ਇਜ਼ ਰੈਸਿਪਰੋਕਲ ਆਫ ਟਾਈਮ ਪੀਰੀਅਡ। ਠੀਕ, प्रणव माइक ऑफ कर। इतना समय लग रहा? Yes, sir. चल, एक के अंदर छोटा जिहा टॉपिक एक लाइन दा ही, रिलेशन बिटवीन एंगुलर वेलोसिटी, रिलेशन बिटवीन एंगुलर वेलोसिटी एंड टाइम पीरियड। अब जे एक डिफाइन करिए कि एक पार्टिकल सर्कुलर पाथ पे मूव करदा पिया, ठीक है, when the particle is moving from position A, पार्टिकल A पोजीशन तो मूव करे, ठीक है, और अब मान लो B पोजीशन इतने किते आपां दिखा दिए ते A तो लेके B तक जिहड़ा उन्हें एंगल कवर कीता वो मान लो थीटा या डेल्टा थीटा कोई सिंबल दे दो। ते जे मैं जर्नल एंगुलर वेलोसिटी दी डेफिनेशन देनी होवे की फार्मूला दस्सिया सी उन्हें? ओमेगा इक्वल टू Delta theta by delta t. डेल्टा थीटा बाय डेल्टा टी। इस वेले एंगुलर डिस्प्लेसमेंट आपां थीटा देती, टाइम आपां टी ले लिया। इच कंडीशन लिखन लग्या वा, ठीक है, कंडीशन ये लिखना है कि इफ बॉडी स्टार्ट मूविंग फ्रॉम ए एंड कहना जी बॉडी विल कंप्लीट वन सर्कुलर पाथ, थोड़ी बॉडी एक कंप्लीट सर्कल कवर करे, व्हाट्स द एंगल कवर्ड? 360. 360 minus theta. डिग्री, है ना। ते एक चीज ਤੁਹਾਨੂੰ ਦੱਸੀ ਸੀਗੀ, ਜੇ ਆਪਾਂ ਐਂਗਲ ਲਈਏ ਤਾਂ ਅਸੀਂ ਇਹਨੂੰ ਡਿਗਰੀ ਦੇ ਵਿੱਚ ਵੀ ਲਿਖਦੇ ਤੇ ਇਹਨੂੰ ਅਸੀਂ ਰੇਡੀਅਨ ਚ ਲਿਖਦੇ ਆ ਬੇਟਾ। Yes, sir. Yes. ਇਹਦਾ ਮਤਲਬ ਜੇ ਆਪਾਂ ਇੱਥੇ ਇਹ ਕਹੀਏ ਕਿ ਜਦੋਂ ਪਾਰਟੀਕਲ A ਤੋਂ ਮੂਵ ਕਰਕੇ ਵਾਪਸ A ਤੇ ਆਇਆ ਤੇ ਇਟ ਵਿਲ ਕਵਰ ਵਨ ਕੰਪਲੀਟ ਐਂਗਲ, ਤੇ ਇਹਦਾ ਮਤਲਬ ਆ ਇੱਕ ਕੰਪਲੀਟ ਐਂਗਲ ਜਦੋਂ ਹੋਏਗਾ ਤੇ ਥੀਟਾ ਦੀ ਵੈਲਿਊ 2π ਆ ਗਈ, ਤੇ ਇੱਕ ਸਾਈਕਲ ਜਾਂ ਇੱਕ ਰੈਵੋਲੂਸ਼ਨ ਕੰਪਲੀਟ ਕਰਨ ਲਈ ਜਿੰਨਾ ਟਾਈਮ ਲੱਗਦਾ ਉਹਨੂੰ ਕੀ ਕਹਿੰਦੇ? Time period. Period. ਟਾਈਮ ਪੀਰੀਅਡ। ਇਹਨੂੰ ਜੇ ਐਂਗਲ ਕਵਰ ਮੇਰਾ 2π ਦੇ ਬਰਾਬਰ ਹੋਏਗਾ ਤੇ ਆ ਜਿਹੜੇ ਟਾਈਮ ਦੀ ਵੈਲਿਊ ਆ ਇਹ ਟਾਈਮ ਪੀਰੀਅਡ t ਦੇ ਬਰਾਬਰ ਆ ਜਾਓ। Yes, sir. Yes, sir. Yes, sir. यानी जर्नल फार्मूला ओमेगा दा थीटा बाय टी होएगा, पर स्पेसिफिकली ਅਸੀਂ ओमेगा ਨੂੰ ਲਿਖਣਾ ਹੋਵੇ ਤੇ ਅਸੀਂ ਆ ਵੀ ਲਿਖ ਸਕਦੇ, देयरफॉर ओमेगा ਦਾ ਫਾਰਮੂਲਾ ਸਾਡੇ ਕੋਲ ਆ ਗਿਆ 2π/t, ਇਹ ਇੱਕ ਬਣ ਗਿਆ। ਉੱਪਰ ਅਸੀਂ ਹੁਣੇ ਲਿਖਿਆ ਸੀ ਟਾਈਮ ਪੀਰੀਅਡ ਤੇ ਫ੍ਰੀਕੁਐਂਸੀ ਇੱਕ ਦੂਜੇ ਦੇ ਰੈਸਿਪਰੋਕਲ ਆ। ਇਹਨਾਂ ਜੇ 1/t ਦੀ ਜਗ੍ਹਾ ਤੇ ਜੇ ਤੇ ਮੈਂ 1/t ਦੀ ਜਗ੍ਹਾ ਲਿਖਣਾ ਹੋਵੇ ਇਹਨੂੰ ਫ੍ਰੀਕੁਐਂਸੀ ਚ ਕਨਵਰਟ ਕਰ ਸਕਦੇ ਹਾਂ। Yes, sir. Yes, sir. ਇਹਨਾਂ ਦਾ ਇਹਦਾ ਦੂਜਾ ਫਾਰਮੂਲਾ ਮੇਰੇ ਕੋਲ ਜਿਹੜਾ ਉਹ 2π By new. ਸੋ ਨੂਮੈਰੀਕਲ ਵੇਲੇ ਓਮੇਗਾ ਜਿਹੜਾ ਵਾ ਜੇ ਫ੍ਰੀਕੁਐਂਸੀ ਗਿਵਨ ਆ ਤੇ 2π ਨਿਊ ਦੀ ਫਾਰਮ ਚ ਓਮੇਗਾ ਬਣਾਵਾਂਗੇ, ਤੇ ਜੇ ਟਾਈਮ ਪੀਰੀਅਡ ਗਿਵਨ ਆ ਤੇ ਭਾਵੇਂ ਇਹਨੂੰ 2π/t ਤੋਂ ਜਿਹੜਾ ਉਹ ਓਮੇਗਾ ਡਿਫਾਈਨ ਕਰਾਂਗੇ। ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. ਇਹ ਤੁਹਾਡੇ Yes, sir. ਮੇਨ ਟੌਪਿਕ ਦੇ ਨਾਲ ਰਿਲੇਟਡ ਛੋਟੀ ਛੋਟੀਆਂ ਟਰਮਸ ਸੀਗੀਆਂ, ਠੀਕ ਹੈ ਜੀ। ਆਪਣੇ ਕੋਲ ਟਾਈਮ ਪੀਰੀਅਡ ਕਿਹਨੂੰ ਕਹਿੰਦੇ, ਫ੍ਰੀਕੁਐਂਸੀ ਕਿਹਨੂੰ ਕਹਿੰਦੇ, ਰਿਲੇਸ਼ਨ ਬਿਟਵੀਨ ਐਂਗੂਲਰ ਵੈਲੋਸਿਟੀ ਐਂਡ ਟਾਈਮ ਪੀਰੀਅਡ, ठीक है, या फ्रीक्वेंसी एंड टाइम पीरियड। क्या ये टर्म्स क्लियर है बेटा सारियां? Yes. Yes. Yes, sir. Yes, sir. Yes, sir. Yes, sir. स्नेहा एक बारी दोबारा अटेंडेंस ਲਈ ਤੇ ਮੈਨੂੰ ਦੱਸੀ ਐਬਸੈਂਟ ਕਿਹੜੇ ਕਿਹੜੇ ਸੀਗੇ। स्नेहा वो आप हैगी क्यों? Lally. स्नेहा हैगी है? हाँ जी सर हैगी आ। ठीक है, चलो ਇੱਥੇ ਰੁਕਾਂਗਾ ਜੀ।
ਕੱਲ ਨੂੰ ਇਹਦਾ ਇੰਪੋਰਟੈਂਟ ਟੌਪਿਕ ਆ ਬੇਟਾ ਸੈਂਟਰੀਪੀਟਲ ਐਕਸਲਰੇਸ਼ਨ ਵਾਲਾ, ਠੀਕ ਹੈ। ਕਲਾਸ ਨਾ ਮਿਸ ਕਰਿਓ ਕੋਈ। ਓਕੇ Okay, sir. Good evening, sir. ਗੁੱਡ Thank you, sir. sir. ਓਕੇ ਬੱਚੇ, ਖੁਸ਼ ਰਹੋ ਜੀ, ਖੁਸ਼ ਰਹੋ।